हेलो फ्रेंड्स, सत श्री अकाल साਰਿਆਂ ਨੂੰ। मैं नैंसी बजाज मैं आई वेलकम यू ऑल एट पंजाब क्लासेस जलालाबाद। ਅੱਜ ਫਿਰ ਇੱਕ ਵਾਰ ਆਪਾਂ ਤੁਹਾਡੇ ਸਾਹਮਣੇ ਕੁਝ ਹੋਰ ਕੁਐਸਚਨਸ ਲੈ ਕੇ ਤੁਹਾਡੇ ਸਾਹਮਣੇ ਆਏ ਆ। ਆਪਾਂ ਜਿਹੜੇ ਪੁਰਾਣੇ ਪੇਪਰਸ ਜਿੱਦਾਂ ਕਿ ਆਪਾਂ ਜਿਹੜੀ ਆਪਣੀ ਪਿਛਲੀ ਕਲਾਸਿਸ ਗਈਆਂ ਉਹਨਾਂ ਵਿੱਚ ਆਪਾਂ ਆਪਣੇ ਪੁਰਾਣੇ ਪੇਪਰਸ ਦੇ ਕੁਝ ਜਿਹੜੇ ਕੁਐਸਚਨ ਸੀ ਉਹਨਾਂ ਨੂੰ ਆਪਾਂ ਸਟੱਡੀ ਕੀਤਾ ਹੈ। ਅੱਜ ਆਪਾਂ ਕੁਝ ਹੋਰ ਐਵੇਂ ਹੀ ਕੁਝ ਹੋਰ ਕੁਐਸਚਨਸ ਨੂੰ ਸਟੱਡੀ ਕਰਾਂਗੇ। ਸ਼ੁਰੂ ਕਰਦੇ ਹਾਂ। Which one is not a method of teaching spelling? ਆਪਸ਼ਨ ਦਿੱਤੀਆਂ ਹੋਈਆਂ ਹੈ ਕਿ ਇਹਨਾਂ ਦੇ ਵਿੱਚੋਂ ਕਿਹੜੇ ਜਿਹੜਾ ਹੈ ਸਪੈਲਿੰਗ ਨੂੰ ਟੀਚ ਕਰਵਾਉਣ ਦਾ ਮੈਥਡ ਨਹੀਂ ਹੈਗਾ। ਗੱਲ ਕਰੀਏ ਡਿਕਟੇਸ਼ਨ ਦੀ। ਫਸਟ ਉਹਨਾਂ ਨੇ ਆਪਾਂ ਨੂੰ ਜਿਹੜਾ ਦਿੱਤਾ ਹੋਇਆ ਹੈ ਆਪਸ਼ਨ ਦੈਟ ਇਜ਼ ਡਿਕਟੇਸ਼ਨ। ਹਾਂਜੀ, ਡਿਕਟੇਸ਼ਨ ਦੀ ਗੱਲ ਕਰੀਏ। ਡਿਕਟੇਸ਼ਨ ਜਦੋਂ ਆਪਾਂ ਕਰਵਾਉਂਦੇ ਹਾਂ, ਆਪਾਂ ਬੱਚੇ ਨੂੰ ਕੁਝ ਬੋਲਦੇ ਹਾਂ ਤੇ ਬੱਚਾ ਉਹ ਲਿਖਦਾ ਹੈ। ਉਹਦੇ ਵਿੱਚ ਮੇਨ ਪਰਪਸ ਕੀ ਹੁੰਦਾ ਕਿ ਬੱਚੇ ਨੂੰ ਉਹ ਲਿਖਣਾ ਆਏ, ਬੱਚੇ ਨੂੰ ਵਰਡ ਦਾ ਸਪੈਲਿੰਗਸ ਆਉਂਦੇ ਹੋਣ। ਠੀਕ ਹੈ, ਤਾਂ ਉਹੀ ਚੀਜ਼ ਹੋਗੀ ਬੱਚਾ ਕਿ not a method of teaching spelling। डिक्टेशन करावांगे मीन कि बच्चे ਨੂੰ स्पेलिंग ਜਿਹੜੇ ਆ ਸਿਖਾ ਰਹੇ ਆ ਕਿ ਕਿਤੇ ਨਾ ਕਿਤੇ ਜਿਹੜਾ ਬੱਚਾ ਆ ਉਹ ਸਪੈਲਿੰਗ ਨੂੰ ਲਰਨ ਕਰੇਗਾ। ਡਿਕਸ਼ਨਰੀ ਵੀ ਇੱਕ ਮੀਡੀਅਮ ਹੈ ਜਿਹਦੇ ਥਰੂ ਆਪਾਂ ਸਪੈਲਿੰਗਸ ਲਰਨ ਕਰਦੇ ਆ ਕਿ ਡਿਕਸ਼ਨਰੀ ਦੇ ਵਿੱਚ ਆਪਾਂ ਮੀਨਿੰਗ ਔਰ ਸਪੈਲਿੰਗ ਦੋਨੋਂ ਚੀਜ਼ਾਂ ਨੂੰ ਲਰਨ ਕਰਦੇ ਆ। ਨੈਕਸਟ ਆ ਜਾਂਦਾ ਹੈ ਡਰਿਲ। ਡਰਿਲ ਦਾ ਕੀ ਹੈ? ਡਰਿਲ ਦਾ ਮਤਲਬ ਕੀ ਹੁੰਦਾ ਹੈ? ਪ੍ਰੈਕਟਿਸ ਕਰਵਾਣੀ ਕਿਸੇ ਚੀਜ਼ ਨੂੰ ਬਾਰ-ਬਾਰ ਦੁਹਰਾ ਕੇ ਉਹਦੀ ਪ੍ਰੈਕਟਿਸ ਕਰਵਾਣੀ, ਉਸ ਚੀਜ਼ ਨੂੰ ਆਪਾਂ ਕਹਿੰਦੇ ਆ ਡਰਿਲ। ਸਪੈਲਿੰਗ ਵਾਸਤੇ ਆਪਾਂ ਜੇ ਕਹੀਏ ਕਿ ਬੱਚੇ ਨੂੰ ਆਪਾਂ ਸਪੋਜ਼ ਸਿਖਾ ਰਹੇ ਹਾਂ, ਜਿਹੜੇ ਛੋਟੇ ਬੱਚੇ ਹੈ, ਜੇ ਆਪਾਂ ਨੂੰ ਸਪੋਜ਼ ਆਪਾਂ ਸਿਖਾਣਾ ਹੈ ਕਿ CAT ਕੈਟ, ਆਪਾਂ ਡੇਲੀ ਕਲਾਸ ਦੇ ਵਿੱਚ ਉਹਨਾਂ ਨੂੰ ਕਰਵਾ ਰਹੇ ਹਾਂ CAT ਕੈਟ, CAT ਕੈਟ, CAT ਕੈਟ, CAT ਕੈਟ। ਇੱਕ ਪ੍ਰੈਕਟਿਸ ਜਿਹੜੀ ਉਹਨਾਂ ਦੀ ਰੋਜ਼ ਹੋ ਰਹੀ ਹੈ, ਬਾਰ-ਬਾਰ ਹੋ ਰਹੀ ਹੈ ਤੇ ਜਿਹੜੇ ਸਟੂਡੈਂਟਸ ਨੂੰ ਈਜ਼ੀਲੀ ਸਿੱਖ ਜਾਂਦੇ ਆ। तो ਇਹਦੇ ਥਰੂ ਵੀ ਉਹਨੇ ਬੱਚਾ ਜਿਹੜਾ ਆ ਸਪੈਲਿੰਗ ਸਿੱਖਦਾ ਹੈ। ਡਿਕਸ਼ਨਰੀ ਦੇ ਥਰੂ ਵੀ ਸਪੈਲਿੰਗ ਸਿੱਖਦਾ ਹੈ, ਡਰਿਲ ਦੇ ਥਰੂ ਵੀ ਸਪੈਲਿੰਗ ਸਿੱਖਦਾ ਹੈ। ਡਰਾਮੇਟਾਈਜੇਸ਼ਨ ਕੀ ਹੁੰਦਾ ਹੈ? ਕਿਸੇ ਚੀਜ਼ ਨੂੰ ਇਨੈਕਟ ਕਰਨਾ, ਡਰਾਮਾ ਕਰਨਾ। ਆਪਣੇ ਕੋਲ ਕੋਈ ਇੱਕ ਟੌਪਿਕ ਦੇ ਦਿੱਤਾ ਗਿਆ ਜਾਂ ਕੋਈ ਸਿਚੁਏਸ਼ਨ ਦੇ ਦਿੱਤੀ ਗਈ, ਉਸ ਸਿਚੁਏਸ਼ਨ ਨੂੰ ਆਪਾਂ ਜਿਹੜਾ ਆ ਇਨੈਕਟ ਕਰਨਾ ਹੈ, ਉਹ ਹੁੰਦਾ ਡਰਾਮੇਟਾਈਜੇਸ਼ਨ। ਉਹਦੇ ਵਿੱਚ ਆਪਾਂ ਸਪੈਲਿੰਗਸ ਤਾਂ ਕਿਤੇ ਨਹੀਂ ਸਿਖਾਏ, ਉਹਦੇ ਵਿੱਚ ਸਪੈਲਿੰਗਸ ਦਾ ਕੋਈ ਲੈਣਾ ਦੇਣਾ ਨਹੀਂ ਹੈ। ਸੋ ਇਹਦਾ ਆਨਸਰ ਕੀ ਹੋਏਗਾ? ਵਿਚ वन इज नॉट अ मेथड ऑफ टीचिंग स्पेलिंग? ड्रामेटाइजेशन। राइट, नेक्स्ट आ जाएगी आप when grammar is taught not as a separate subject, कि जो grammar ਨੂੰ ਇੱਕ separate subject ਦੀ ਤਰ੍ਹਾਂ ਨਹੀਂ taught ਕੀਤਾ ਜਾਂਦਾ but along with the graded readers, ਜਦਕਿ ਜਿਹੜੇ ਆਪਣੀ ਰੀਡਰਸ ਦੀਆਂ ਬੁੱਕ ਜਾਂ ਲਿਟਰੇਚਰ ਦੀ ਬੁੱਕਸ ਨੇ ਉਹਨਾਂ ਦੇ ਨਾਲ ਆਪਾਂ ਗ੍ਰਾਮਰ ਟੀਚ ਕਰਵਾਉਂਦੇ ਆ। ਉਹ ਕੀ ਹੁੰਦਾ? ਇਟ ਇਜ਼ ਅ ਟ੍ਰੈਡੀਸ਼ਨਲ ਗ੍ਰਾਮਰ, it is a functional grammar, it is a comparative grammar, or all of the above। traditional grammar ਕੀ ਹੁੰਦੀ ਹੈ? traditional grammar ਦਾ ਮਤਲਬ ਹੈ ਜਦੋਂ ਕਿ ਮੀਨਸ ਕਿ traditional grammar ਦੇ ਵਿੱਚ ਮੇਨ ਕੀ ਹੈ? ਉਹ ਸਿਖਾਇਆ ਜਾਂਦਾ ਕਿ ਵਰਡ ਤੋਂ ਉਹ ਸੈਂਟੈਂਸ ਨੂੰ ਕਿੱਦਾਂ ਬਣਾਉਣਾ ਹੈ। ਜਿਹੜੇ ਪਾਰਟਸ ਆਫ ਸਪੀਚ ਜਿਹੜਾ ਆਪਾਂ ਉਹਨੂੰ ਮੇਨ ਰੱਖ ਕੇ ਚੱਲਦੇ ਆ ਟ੍ਰੈਡੀਸ਼ਨਲ ਗ੍ਰਾਮਰ ਦੇ ਵਿੱਚ। ਟ੍ਰੈਡੀਸ਼ਨਲ ਗ੍ਰਾਮਰ ਦੇ ਵਿੱਚ ਪਾਰਟਸ ਆਫ ਸਪੀਚ ਦੇ ਉੱਤੇ ਜ਼ਿਆਦਾ ਐਮਫੈਸਿਸ ਦਿੱਤਾ ਜਾਂਦਾ ਤੇ ਉਹਨਾਂ ਦੇ ਥਰੂ ਜਿਹੜਾ ਆ ਸੈਂਟੈਂਸ ਬਣਾਉਣਾ ਜਿਹੜਾ ਆ ਸਿਖਾਇਆ ਜਾਂਦਾ ਹੈ। ਫੰਕਸ਼ਨਲ ਗ੍ਰਾਮਰ ਕੀ ਹੈ? ਫੰਕਸ਼ਨਲ ਗ੍ਰਾਮਰ ਤੇ ਜਿਹੜੀ ਥਿਊਰੀਜ਼ ਦੇ ਉੱਪਰ ਬੇਸ ਹੁੰਦੀ, ਜਿਹੜੀ ਸਾਇੰਟਿਫਿਕ ਹੁੰਦੀ ਹੈ। ਟ੍ਰੈਡੀਸ਼ਨਲ ਗ੍ਰਾਮਰ ਅਨਸਾਇੰਟਿਫਿਕ ਹੈ, ਇਹ ਪੁਰਾਣੇ ਲਿੰਗੁਇਸਟ ਜਿਹੜੇ ਰੂਲਸ ਰੈਗੂਲੇਸ਼ਨ ਦੇ ਅਕੋਰਡਿੰਗ ਚੱਲੇ ਆ ਰਹੇ ਹੈ। ਫੰਕਸ਼ਨਲ ਗ੍ਰਾਮਰ ਕੀ ਹੈ? ਫੰਕਸ਼ਨਲ ਗ੍ਰਾਮਰ ਜੋ ਲਿੰਗੁਇਸਟ ਹੋਏ ਆ, ਜਿਹੜੇ ਥਿਓਰਿਸਟ ਹੋਏ ਆ, ਉਹਨਾਂ ਨੇ ਜੋ ਥਿਊਰੀਜ਼ ਤਿਆਰ ਕੀਤੀਆਂ ਸਾਇੰਟਿਫਿਕਲੀ, ਜੋ ਉਹਦੇ ਪਿੱਛੇ ਲੌਜਿਕ ਹੈ, ਉਹਨੂੰ ਆਪਾਂ ਕਹਿੰਦੇ ਆ ਫੰਕਸ਼ਨਲ ਗ੍ਰਾਮਰ। ਐਂਡ ਕੰਪੈਰੀਟਿਵ ਗ੍ਰਾਮਰ ਦਾ ਮਤਲਬ ਹੈ ਕੰਪੈਰੀਜ਼ਨ ਕਰਨਾ ਨਾ ਦੋ ਚੀਜ਼ਾਂ ਦੇ ਵਿੱਚ। ਇੱਥੇ ਗੱਲ ਕੀਤੀ ਕਿ ਕਿਹੜੀ ਤਰ੍ਹਾਂ ਦੀ ਗ੍ਰਾਮਰ ਦੇ ਵਿੱਚ ਜਿਹੜੀ ਹੈ ਗ੍ਰਾਮਰ ਨੂੰ ਇੱਕ ਅਲੱਗ ਸਬਜੈਕਟ ਦੇ ਰੂਪ ਵਿੱਚ ਨਹੀਂ ਪੜਾਇਆ ਜਾਂਦਾ ਬਲਕਿ ਰੀਡਰ ਦੇ ਨਾਲ ਹੀ ਪੜਾਇਆ ਜਾਂਦਾ ਹੈ। ਫੰਕਸ਼ਨਲ ਗ੍ਰਾਮਰ ਜਿਹੜੀ ਹੁੰਦੀ ਹੈ, ਫੰਕਸ਼ਨਲ ਗ੍ਰਾਮਰ ਦੇ ਵਿੱਚ ਆਪਾਂ ਜਿਹੜੀ ਹੈ ਰੀਡਰ ਦੇ ਨਾਲ ਹੀ ਜਿਹੜਾ ਆ ਉਹਨਾਂ ਨੂੰ ਮੀਨ ਕਿ ਗ੍ਰਾਮਰ ਦੇ ਟੌਪਿਕਸ ਨੂੰ ਪੜ੍ਹਦੇ ਆ, ਗ੍ਰਾਮਰ ਨੂੰ ਰੀਡ ਕਰਦੇ। 2 and 2 makes 4। This sentence is एक किहड़े टाइप दा sentence है? This is imperative, this is optative, this is assertive और this is exclamatory। हाँ जी, सब तो पहला ਆਪਾਂ ਗੱਲ ਕਰੀਏ imperative। imperative ਕੀ ਹੁੰਦਾ? imperative sentence ਕਿਹੜੇ ਹੁੰਦੇ ਆ? imperative sentence ਦਾ ਮਤਲਬ ਹੁੰਦਾ ਹੈ ਜਦੋਂ ਆਪਾਂ ਕਿਸੇ ਨੂੰ ਕੋਈ ਕਮਾਂਡ ਦਿੰਦੇ ਨਾ, ਕੋਈ ਕੰਮ ਕਰਨ ਨੂੰ ਕਹਿੰਦੇ, ਕੋਈ ਰਿਕੁਐਸਟ ਕਰਦੇ ਆ ਜਾਂ ਕਿਸੇ ਨੂੰ ਕੋਈ ਮੀਨਸ ਕਿ ਕਮਾਂਡ ਦੇ ਰਹੇ ਆ, ਉਹ ਹੁੰਦੇ ਆ ਇੰਪੈਰੇਟਿਵ ਸੈਂਟੈਂਸ। ਜਿੱਦਾਂ ਕਿ ਪਲੀਜ਼ ਬ੍ਰਿੰਗ
glass of water, please bring a glass of water, या फिर आप कहिए switch on the light, ਕਿਸੇ ਨੂੰ ਆਪਾਂ ਆਰਡਰ ਦੇ ਰਹੇ ਆ, ਕਿਸੇ ਨੂੰ ਕੋਈ ਆਪਾਂ ਰਿਕੁਐਸਟ ਕਰ ਰਹੇ ਆ, ਕਿਸੇ ਨੂੰ ਕੋਈ ਆਪਾਂ ਸੁਜੈਸ਼ਨ ਦਿੰਨੇ ਆ, ਉਹ ਵਾਲੇ ਜਿਹੜੇ ਸੈਂਟੈਂਸਸ ਹੁੰਦੇ ਆ ਉਹਨਾਂ ਨੂੰ ਆਪਾਂ ਕਹਿੰਦੇ ਆ ਇੰਪੈਰੇਟਿਵ ਸੈਂਟੈਂਸ। ਨੈਕਸਟ ਹੈ ਆਪਟਿਵ ਸੈਂਟੈਂਸ। ਆਪਟਿਵ ਸੈਂਟੈਂਸ ਦਾ ਮਤਲਬ ਕੀ ਹੁੰਦਾ ਹੈ? ਆਪਟਿਵ ਸੈਂਟੈਂਸ ਹੁੰਦੇ ਜਦੋਂ ਆਪਾਂ ਕਿਸੇ ਨੂੰ ਕੋਈ ਵਿਸ਼ ਜਿਹੜੀ ਕਰਦੇ ਨਾ, ਵਿਸ਼ ਕਿਸ ਤਰ੍ਹਾਂ, ਕਿਸੇ ਲਈ ਆਪਾਂ ਕੋਈ ਕਹਿੰਦੇ ਨਾ ਦੁਆ ਦੇਣੀ ਕਿਸੇ ਨੂੰ, ਉਹ ਚੀਜ਼ ਜਿਹੜੀ ਆ ਜਾਂਦੀ ਹੈ, ਉਹ ਆ ਜਾਂਦੀ ਹੈ ਚਾਹੇ ਕੋਈ ਆਪਾਂ ਨੂੰ ਜਾਣਦਾ ਹੈ ਜਾਂ ਕੋਈ ਨਹੀਂ ਜਾਣਦਾ, ਉਹਨੂੰ ਜਿਹੜੀ ਆਪਾਂ ਵਿਸ਼ ਕਰਦੇ ਆ ਉਹ ਹੁੰਦੀ ਹੈ, ਉਹ ਹੁੰਦੇ ਆ ਆਪਟਿਵ ਸੈਂਟੈਂਸ। ਜਿੱਦਾਂ ਕਿ may you live long, may you live long, ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ। ਕਿਸੇ ਨੂੰ ਆਪਾਂ ਵਿਸ਼ ਕਰ ਰਹੇ ਆ, ਕਿਸੇ ਦੇ ਲਈ ਆਪਾਂ ਦੁਆ ਕਰ ਰਹੇ ਆ, ਉਹ ਜਿਹੜੇ ਆ ਜਾਂਦੇ ਆ ਉਹ ਆ ਜਾਂਦੇ ਆ ਕਿਹਦੇ ਅੰਦਰ? ਆਪਟਿਵ ਸੈਂਟੈਂਸਸ ਦੇ ਅੰਦਰ। ਅਸਰਟਿਵ ਸੈਂਟੈਂਸਸ, ਅਸਰਟਿਵ ਸੈਂਟੈਂਸਸ ਕਹਿੰਦੇ ਜਿੱਥੇ ਕੋਈ ਆਪਾਂ ਮੀਨਸ ਕਿ ਕੋਈ ਸਟੇਟਮੈਂਟ ਹੈ, ਕੋਈ ਡੈਕਲੇਰੇਸ਼ਨ ਹੈ, ਕੋਈ ਸਟੇਟਮੈਂਟ ਹੈ, ਉਹ ਆ ਜਾਂਦੇ ਆ ਅਸਰਟਿਵ ਸੈਂਟੈਂਸਸ ਦੇ ਅੰਦਰ। ਜਿੱਦਾਂ ਕਿ he is a boy, she is going, ਉਹ ਆ ਜਾਂਦੇ ਆ ਅਸਰਟਿਵ ਸੈਂਟੈਂਸਸ ਦੇ ਅੰਦਰ। ਐਕਸਕਲੇਮੇਟਰੀ, ਐਕਸਕਲੇਮੇਟਰੀ ਕਿਹੜੇ ਹੁੰਦੇ ਆ? ਐਕਸਕਲੇਮੇਟਰੀ ਜਿਹੜੇ ਹੁੰਦੇ, ਐਕਸਕਲੇਮੇਟਰੀ ਵਰਡਸ ਉਹ ਹੁੰਦੇ ਜਿਹੜੇ ਕਿ ਆਪਣੀ ਕਿਸੇ ਸਟਰੋਂਗ ਫੀਲਿੰਗ ਨੂੰ ਸ਼ੋ ਕਰਦੇ ਆ, ਜਿਹਦੇ ਥਰੂ ਆਪਾਂ ਆਪਣੀ ਸਟਰੋਂਗ ਫੀਲਿੰਗ ਨੂੰ ਦਿਖਾਉਂਦੇ ਆ, ਇਮੋਸ਼ਨਸ ਨੂੰ ਦਿਖਾਉਂਦੇ ਆ, that comes under the exclamatory sentence। ਜਿੱਦਾਂ ਕਿ wow, what a beautiful place, wow, what a beautiful place, ਐਂਡ ਤੇ ਉਹਦੇ ਐਕਸਕਲੇਮੇਸ਼ਨ ਮਾਰਕਸ ਅੰਦਰ। ਤੇ ਆਪਾਂ ਇੱਥੇ ਗੱਲ ਕੀਤੀ ਹੈ 2 and 2 makes 4, 2 and 2 makes 4 ਸਿੰਪਲ ਇੱਕ ਸਟੇਟਮੈਂਟ ਦਿੱਤੀ ਗਈ ਹੈ ਜਿਹਦੇ ਵਿੱਚ ਇਹ ਕਿਹਾ ਕਿ 2 ਤੇ 2 ਜਿਹੜੇ ਆ ਮਿਲ ਕੇ 4 ਬਣਾਉਂਦੇ ਆ, ਤੇ 2 ਤੇ ਜਾਨੂੰ ਕਹਿ ਲਈ ਇੱਕ ਯੂਨੀਵਰਸਲ ਟਰੁੱਥ ਹੈ ਜਾਂ ਕੋਈ ਵੀ ਇੱਕ ਸਟੇਟਮੈਂਟ ਹੈ। ਸੋ ਇਹਦੇ ਕਿਹਦੇ ਅੰਦਰ ਆਏਗੀ? assertive sentences ਦੇ ਅੰਦਰ। 2 and 2 makes 4, this sentence is assertive sentence। Which of the following is not a fundamental principle of programmed instruction textbook? Programmed instruction textbook ਜਿਹੜੇ ਆ ਉਹਦੇ ਅੰਡਰ ਕਿਹੜਾ ਪ੍ਰਿੰਸੀਪਲ ਜਿਹੜਾ ਆ ਉਹਦਾ ਕਿਹੜਾ ਉਹਦਾ ਫੰਡਾਮੈਂਟਲ ਪ੍ਰਿੰਸੀਪਲ ਨਹੀਂ ਹੈ? ਫਰਸਟ ਵਨ ਇਜ਼ ਸੈਲਫ ਪੇਸਿੰਗ। ਸੈਲਫ ਪੇਸਿੰਗ ਦਾ ਮਤਲਬ ਕੀ ਹੁੰਦਾ ਹੈ? ਸੈਲਫ ਪੇਸਿੰਗ ਦਾ ਮਤਲਬ ਹੁੰਦਾ ਹੈ ਜਦੋਂ ਕਿ ਮੀਨਸ ਕਿ ਆਪਣੇ ਆਪ ਲਈ ਇੱਕ ਸ਼ਡਿਊਲ ਤਿਆਰ ਕਰਨਾ, ਖੁਦ ਦੀ ਜਿਹੜੀ ਮੀਨਸ ਕਿ ਤਿਆਰੀ ਕਰਨੀ, ਕਿੱਦਾਂ ਤਿਆਰੀ ਕਰਨੀ। ਫॉर एग्जांपल ਗੱਲ ਕਰੀਏ ਕਿ ਆਪਾਂ ਕਹਿੰਦੇ ਕਿ ਐਗਜ਼ਾਮ ਦੇ ਟਾਈਮ ਤੇ ਆਪਾਂ ਖੁਦ ਆਪਣਾ ਟੀਚਰਸ ਨੇ ਜੋ ਆਪਾਂ ਨੂੰ ਪੜ੍ਹਾ ਦਿੱਤਾ, ਜਿਹੜਾ ਫ੍ਰੀ ਟਾਈਮ ਹੈ ਆਪਾਂ ਬੋਰਡ ਦੇ ਐਗਜ਼ਾਮ ਦੇ ਵਿੱਚ ਆਪਣਾ ਖੁਦ ਦਾ ਇੱਕ ਸ਼ਡਿਊਲ ਬਣਾ ਲੈਂਦੇ ਆ ਕਿ ਪਹਿਲਾਂ ਮੈਂ ਆ ਕਰਨਾ ਹੈ, ਉਸ ਤੋਂ ਬਾਅਦ ਮੈਂ ਇਸ ਟੌਪਿਕ ਨੂੰ ਪਕੜਨਾ ਹੈ, ਪਹਿਲਾਂ ਮੈਂ ਇਸ ਸਬਜੈਕਟ ਦਾ ਕਰਨਾ ਹੈ। ਇੱਕ ਆਪਣੇ ਅਕੋਰਡਿੰਗਲੀ ਆਪਾਂ ਤਿਆਰੀ ਕਰਨ ਦੇ ਲਈ ਅਲੱਗ-ਅਲੱਗ ਜਿਹਦਾ ਟੌਪਿਕ ਲੈ ਕੇ ਆਉਂਦੇ ਆ, ਮਟੀਰੀਅਲ ਇਕੱਠਾ ਕਰਦੇ ਆ, ਅਲੱਗ-ਅਲੱਗ ਮਟੀਰੀਅਲਸ ਤੋਂ ਪੜ੍ਹਦੇ ਆ, ਉਹ ਚੀਜ਼ ਹੁੰਦੀ ਹੈ, ਉਹਨੂੰ ਆਪਾਂ ਕਹਿੰਦੇ ਆ ਸੈਲਫ ਪੇਸਿੰਗ। ਸੈਕਿੰਡ ਹੈ ਐਕਟਿਵ ਰਿਸਪੋਂਡਿੰਗ। ਐਕਟਿਵ ਰਿਸਪੋਂਡਿੰਗ ਦਾ ਮਤਲਬ ਕੀ ਹੈ ਕਿ ਜਦੋਂ ਵੀ ਟੀਚਰ ਆਪਾਂ ਨਾਲ ਮੀਨਸ ਕਿ ਕੋਈ ਟੌਪਿਕ ਪੜ੍ਹਾ ਰਿਹਾ ਹੈ ਉਹਦੇ ਵਿੱਚ ਐਕਟਿਵਲੀ ਪਾਰਟਿਸਿਪੇਟ ਕਰਨਾ, ਉਸ ਚੀਜ਼ ਨੂੰ ਐਕਟਿਵਲੀ ਉਹਦੇ ਉੱਤੇ ਰਿਸਪੋਂਡ ਕਰਨਾ, ਚਾਹੇ ਕੋਈ ਆਪਾਂ ਨੂੰ ਕੋਈ ਕੰਮ ਦਿੱਤਾ ਗਿਆ ਹੈ ਜਾਂ ਕੋਈ ਸਮਝਾਇਆ ਗਿਆ ਉਹਦੇ ਉੱਤੇ ਐਕਟਿਵਲੀ ਰਿਸਪੋਂਡ ਕਰਨਾ, ਹੋ ਗਿਆ ਐਕਟਿਵ ਰਿਸਪੋਂਡਿੰਗ। ਪੈਸਿਵ ਰਿਸਪੋਂਡਿੰਗ ਦਾ ਮਤਲਬ ਕਿ ਉੱਤੇ ਰਿਸਪੌਂਸ ਨਹੀਂ ਕਰਨਾ, ਠੀਕ ਹੈ, ਉਹਦੇ ਉੱਤੇ ਰਿਸਪੌਂਸ ਨਹੀਂ ਕਰਨਾ। ਇਮੀਡੀਏਟ ਕਨਫਰਮੇਸ਼ਨ ਕਿ ਜਦੋਂ ਕੋਈ ਟੀਚਰ ਕਰਾ ਰਿਹਾ ਆ ਉਹਦੇ ਵਿੱਚ ਜੇ ਤੁਹਾਨੂੰ ਸਮਝ ਆਈ ਹੈ ਤਾਂ ਉਸੇ ਟਾਈਮ ਉਹਨੂੰ ਦੱਸਣਾ ਕਿ ਮੈਨੂੰ ਸਮਝ ਆਈ ਹੈ, ਜੇ ਨਹੀਂ ਸਮਝ ਆਈ ਤਾਂ ਉਸੇ ਟਾਈਮ ਉਹਨੂੰ ਇਹ ਦੱਸਣਾ ਕਿ ਮੈਨੂੰ ਸਮਝ ਨਹੀਂ ਆਈ, ਉਹਦੇ ਵਿੱਚ ਕੀ ਚੀਜ਼ ਜਿਹੜੀ ਕਲੀਅਰ ਨਹੀਂ ਹੋਈ। ਹੁਣ ਦੇਖਿਆ ਜਾਏ ਸੈਲਫ ਪੇਸਿੰਗ ਵੀ ਜ਼ਰੂਰੀ ਹੈ, ਐਕਟਿਵ ਰਿਸਪੋਂਡਿੰਗ ਵੀ ਜ਼ਰੂਰੀ ਹੈ, ਇਮੀਡੀਏਟ ਕਨਫਰਮੇਸ਼ਨ ਵੀ ਚਾਹੀਦੀ ਹੈ। ਐਕਟਿਵ ਰਿਸਪੋਂਡਿੰਗ ਔਰ ਪੈਸਿਵ ਰਿਸਪੋਂਡਿੰਗ ਪਹਿਲਾਂ ਹੀ ਆਪਸ਼ਨ ਦੇ ਵਿੱਚ ਦੇਖੋ ਕਿ ਉਹ ਇੱਕ ਦੂਜੇ ਦੇ ਆਪੋਜ਼ਿਟ ਹੋ ਗਿਆ, ਤਾਂ ਪਤਾ ਲੱਗ ਰਿਹਾ ਕਿ ਇਹਨਾਂ ਦੋਨਾਂ ਵਿੱਚੋਂ ਕੋਈ ਇੱਕ ਚੀਜ਼ ਹੋਣੀ ਚਾਹੀਦੀ ਹੈ। ਕਿਸੇ ਵੀ ਚੀਜ਼ ਦੇ ਲਈ ਕੋਈ ਵੀ ਚੀਜ਼ ਜਿਹੜੀ ਆਪਾਂ ਨੂੰ ਟੀਚ ਕਰਵਾ ਰਹੇ ਪਹਿਲਾਂ ਆਪਾਂ ਇਹ ਕਿ ਬੱਚਿਆਂ ਦੀ ਪਾਰਟਿਸਿਪੇਸ਼ਨ ਬਹੁਤ ਜ਼ਰੂਰੀ ਹੈ, ਬੱਚਿਆਂ ਦਾ ਰਿਸਪੌਂਸ ਲੈਣਾ ਬਹੁਤ ਜ਼ਰੂਰੀ ਹੈ। ਜੇ ਬੱਚਾ ਰਿਸਪੌਂਡ ਹੀ ਨਹੀਂ ਕਰ ਰਿਹਾ ਤਾਂ ਆਪਾਂ ਨੂੰ ਕੀ ਪੜਾਇਆ, ਠੀਕ ਹੈ। ਸੋ ਫੰਡਾਮੈਂਟਲ ਪ੍ਰਿੰਸੀਪਲ ਜਿਹੜਾ ਆ ਪ੍ਰੋਗਰਾਮ ਇੰਸਟਰਕਸ਼ਨ ਦੇ ਉਹਦੇ ਵਿੱਚ ਇਹ ਚੀਜ਼ ਕਹੀ ਗਈ ਕਿ ਪੈਸਿਵ ਰਿਸਪੋਂਡਿੰਗ ਜਿਹੜਾ ਆ ਉਹਦਾ ਪ੍ਰਿੰਸੀਪਲ ਨਹੀਂ ਹੈਗਾ, ਉਹ ਬਾਕੀ ਚੀਜ਼ਾਂ ਉੱਤੇ ਤਾਂ ਕੰਮ ਕਰਦਾ ਲੇਕਿਨ ਪੈਸਿਵ ਰਿਸਪੋਂਡਿੰਗ ਉੱਤੇ ਕੰਮ
नहीं करता। Which of the following perspective proposes language to be a biological process? Language to be a biological process कि ਕਿਹੜੇ ਜਿਹੜੇ ਆਪਣੇ ਸਾਈਕੋਲੋਜਿਸਟ ਸੀਗੇ ਜਿਨ੍ਹਾਂ ਨੇ ਬਾਇਓਲੋਜੀਕਲ ਪ੍ਰੋਸੈਸਿਸ ਦੇ ਉੱਤੇ ਉਹਨਾਂ ਨੇ ਜ਼ਿਆਦਾ ਜ਼ੋਰ ਦਿੱਤਾ ਉਹਨਾਂ ਨੇ ਕਿਹਾ ਕਿ ਬਾਇਓਲੋਜੀਕਲ ਕਿ ਜਿਹੜੀ ਲੈਂਗੁਏਜ ਨੂੰ ਸਿੱਖਣਾ ਇੱਕ ਬਾਇਓਲੋਜੀਕਲ ਪ੍ਰੋਸੈਸ ਹੈ ਬਾਇਓਲੋਜੀਕਲ ਮੀਨਸ ਕਿ ਜਿਹੜਾ ਆਪਣੇ ਪੇਰੈਂਟਸ ਕੋਲੋਂ ਲੈਂਦੇ ਆ ਕਿ ਜਨਮ ਤੋਂ ਜਿਹੜਾ ਆਪਾਂ ਜਿਹੜੀ ਉਸ ਚੀਜ਼ ਨੂੰ ਚਲਾਉਂਦੇ ਆ ਫਸਟ ਇਜ਼ ਇਨੇਟਿਸਟ ਇਨੇਟਿਸਟ ਜਿਹੜੇ ਆ ਜਿਨ੍ਹਾਂ ਦਾ ਕੀ ਕਹਿਣਾ ਸੀਗਾ ਇਨੇਟਿਸ ਦੇ ਵਿੱਚ ਆਪਣੇ ਆ ਜਾਂਦੇ ਆ ਜਿੱਦਾਂ ਕਿ ਇਨੇਟਿਸ ਕਿਹੜੇ ਸੀਗੇ ਨੋਮ ਚਮਸਕੀ ਨੋਮ ਚਮਸਕੀ ਇਹ ਆ ਜਾਂਦੇ ਆ ਇਨੇਟਿਸਟ ਸਾਈਕੋਲੋਜਿਸਟ ਦੇ ਅੰਡਰ ਇਨੇਟਿਵ ਸਾਈਕੋਲੋਜਿਸਟ ਨੇ ਉਹਨਾਂ ਨੇ ਕੀ ਕਿਹਾ ਸੀਗਾ ਕਿ ਨੋਮ ਚਮਸਕੀ ਜਾਂ ਫਿਰ ਕਹਿ ਲਈਏ ਜੈਰੀ ਫੋਡਰ ਉਹਨਾਂ ਦਾ ਕੀ ਮੰਨਣਾ ਸੀ ਕਿ ਜਦੋਂ ਆਪਾਂ ਲੈਂਗੁਏਜ ਐਕਵਾਇਰ ਕਰਦੇ ਆ ਉਹ ਇੱਕ ਬੱਚਾ ਜਨਮ ਤੋਂ ਹੀ ਉਹਦੇ ਅੰਦਰ ਇੱਕ ਕੈਪੇਬਿਲਿਟੀ ਹੁੰਦੀ ਹੈ ਕਿ ਉਹ ਉਸ ਚੀਜ਼ ਨੂੰ ਐਕਵਾਇਰ ਕਰਦਾ ਹੈ ਠੀਕ ਹੈ ਬਿਹੇਵੀਅਰਿਸਟ ਦੀ ਗੱਲ ਕਰੀਏ ਬਿਹੇਵੀਅਰਿਸਟ ਦਾ ਮੰਨਣਾ ਸੀਗਾ ਕਿ ਜੋ ਮੀਨਸ ਕਿ ਆਪਣਾ ਜੋ ਸਿੱਖ ਰਹੇ ਆਪਣੇ ਬਿਹੇਵੀਅਰ ਦੇ ਉੱਤੇ ਉਹਦਾ ਇਫੈਕਟ ਪੈਂਦਾ ਹੈ ਜਾਂ ਆਪਣੇ ਬਿਹੇਵੀਅਰ ਦਾ ਇਫੈਕਟ ਜਿਹੜਾ ਆਪਾਂ ਸਿੱਖ ਰਹੇ ਉਸ ਚੀਜ਼ ਉੱਤੇ ਪੈਂਦਾ ਹੈ ਇਹਦੇ ਵਿੱਚ ਜਿਹੜੇ ਫੇਮਸ ਜਿਹੜੇ ਉਹ ਸਾਈਕੋਲੋਜਿਸਟ ਹੋਏ ਆ B.F. ਸਕਿਨਰ ਰਾਈਟ B.F. ਸਕਿਨਰ ਕੰਸਟਰਕਟਿਵਿਸਟ ਦਾ ਕਿ ਆਪਣੇ ਇਮੋਸ਼ਨਸ ਜਿਹੜੇ ਆਪਣੀ ਲੈਂਗੁਏਜ ਨੂੰ ਕੰਸਟਰਕਟ ਕਰਨ ਵਿੱਚ ਹੈਲਪ ਕਰਦੇ ਆ ਇਮੋਸ਼ਨਸ ਦਾ ਇਫੈਕਟ ਜਿਹੜਾ ਪੈਂਦਾ ਹੈ ਤੇ ਕੰਸਟਰਕਟਿਵਿਸਟ ਦੇ ਵਿੱਚ ਕਿਹੜੇ ਆ ਜਾਂਦੇ ਸੀਗੇ ਉਹਦੇ ਵਿੱਚ ਸਾਈਕੋਲੋਜਿਸਟ ਆ ਜਾਂਦੇ ਸੀਗੇ ਜੀਨ ਪਿਆਜੇ ਮੈਂ ਸਿਰਫ ਫੇਮਸ ਜਿਹੜੇ ਕੁਝ ਸਾਈਕੋਲੋਜਿਸਟ ਹੈ ਉਹਨਾਂ ਦਾ ਹੀ ਨੇਮ ਲੈ ਰਹੀ ਹੈ ਜੀਨ ਪਿਆਜੇ ਜਾਂ ਫਿਰ ਆਪਾਂ ਗੱਲ ਕਰੀਏ ਜਾਰਜ ਕੈਲੀ ਇੰਟਰੈਕਟਿਵ ਸਾਈਕੋਲੋਜਿਸਟ ਦਾ ਕੀ ਮੰਨਣਾ ਸੀਗਾ ਕਿ ਲੈਂਗੁਏਜ ਕਿਹਦੇ ਥਰੂ ਆਉਂਦੀ ਜਦੋਂ ਕਿ ਅਡਲਟ ਚਿਲਡਰਨ ਨਾਲ ਇੰਟਰੈਕਸ਼ਨ ਕਰਦੇ ਆ ਜਦੋਂ ਇੰਟਰੈਕਸ਼ਨ ਹੁੰਦੀ ਹੈ ਇੱਕ ਦੂਜੇ ਨਾਲ ਗੱਲਬਾਤ ਹੁੰਦੀ ਹੈ ਉਦੋਂ ਲੈਂਗੁਏਜ ਦੀ ਜਿਹੜੀ ਹੈ ਫਾਰਮ ਹੁੰਦੀ ਹੈ ਲੈਂਗੁਏਜ ਜਿਹੜੀ ਆ ਲਰਨ ਹੁੰਦੀ ਹੈ ਇਹਦੇ ਵਿੱਚ ਜਿਹੜੇ ਆ ਜਾਂਦੇ ਆ ਉਹ ਜਿਹੜੇ ਹੋਏ ਆ ਜਾਰਜ ਹਰਬਰਟ ਮੀਡ ਜਾਂ ਫਿਰ ਆਪਾਂ ਕਹੀਏ ਉਹਨਾਂ ਦਾ ਨਾਮ ਸੀ ਅਰਵਿੰਗ ਗੌਫਮੈਨ ਚਲੋ ਇਹ ਤੱਕ ਹੋ ਗਈ ਗੱਲ ਕਿ ਕਿਹੜੇ ਉਹਦੇ ਵਿੱਚ ਜਿਹੜੇ ਸਾਈਕੋਲੋਜਿਸਟ ਆਏ ਆ ਕਿ ਇਨੇਟਿਸਟ ਹੋ ਗਏ ਬਿਹੇਵੀਅਰਿਸਟ ਹੋ ਗਏ ਕੰਸਟਰਕਟਿਵਿਸਟ ਹੋ ਗਏ ਇੰਟਰੈਕਟਿਵ ਹੋ ਗਏ ਕਿ ਕਿਹੜੇ ਉਹਨਾਂ ਨੇ ਕਿਹਾ ਕਿ ਕਿਹੜੇ ਪਰਸਪੈਕਟਿਵ ਦੇ ਅਕੋਰਡਿੰਗਲੀ ਜਿਹੜਾ ਆ ਲੈਂਗੁਏਜ ਵੀ ਬਾਇਓਲੋਜੀਕਲ ਪ੍ਰੋਸੈਸ ਹੈ ਮੀਨਸ ਕਿ ਆਪਣੇ ਜਨਮ ਤੋਂ ਹੀ ਆਪਣੇ ਅੰਦਰ ਜਿਹੜਾ ਆ ਉਹ ਇੱਕ ਪ੍ਰੋਸੈਸ ਚੱਲਣਾ ਸ਼ੁਰੂ ਹੋ ਜਾਂਦਾ ਹੈ ਇਹ ਗੱਲ ਕਿਹਨੇ ਕਹੀ ਸੀ ਨੋਮ ਚੋਮਸਕੀ ਨੇ ਜਿਹੜੀ ਹੈ ਆਪਣੀ ਐਕਿਊਜ਼ੀਸ਼ਨ ਦੇ ਟੌਪਿਕ ਉੱਤੇ ਉਹਨਾਂ ਨੇ ਗੱਲ ਕਹੀ ਸੀ ਕਿ ਜਿਹੜੀ ਲੈਂਗੁਏਜ ਇੱਕ ਬੱਚਾ ਐਕਵਾਇਰ ਕਰਦਾ ਉਹ ਜਨਮ ਤੋਂ ਹੀ ਐਕਵਾਇਰ ਕਰਨਾ ਸ਼ੁਰੂ ਕਰ ਦਿੰਦਾ ਕਿ ਉਹਦੇ ਅੰਦਰ ਇੱਕ ਡਿਵਾਈਸ ਹੁੰਦੀ ਹੈ ਜਿਹਦੇ ਅਕੋਰਡਿੰਗਲੀ ਉਹਨੂੰ ਐਕਵਾਇਰ ਕਰਦਾ ਸੋ ਇਹ ਕਿਹੜੇ ਅੰਦਰ ਆਇਆ ਕਿਹੜੇ ਪਰਸਪੈਕਟਿਵ ਦੇ ਅੰਦਰ ਆਇਆ ਇਨੇਟੀਅਸਟ ਪਰਸਪੈਕਟਿਵ ਦੇ ਅੰਦਰ ਜਿਹੜਾ ਆ ਇਨੇਟੀਅਸਟ ਜਿਹੜੇ ਸਾਈਕੋਲੋਜਿਸਟ ਹੈਗੇ ਆ ਉਹਨਾਂ ਨੇ ਇਸ ਚੀਜ਼ ਨੂੰ ਕਿਹਾ ਸੀ ਕਿ ਜਿਹੜੀ ਲੈਂਗੁਏਜ ਨੂੰ ਸਿੱਖਣਾ ਹੈ ਉਹ ਇੱਕ ਜਨਮ ਤੋਂ ਹੀ ਸ਼ੁਰੂ ਹੋਣ ਵਾਲਾ ਪ੍ਰੋਸੈਸ ਹੈ ਜਿਹੜਾ ਕਿ ਆਪਾਂ ਜਨਮ ਤੋਂ ਹੀ ਆਪਣੇ ਨਾਲ ਚੱਲਦਾ ਹੈ English is given the status of English ਨੂੰ ਕੀ status ਦਿੱਤਾ ਗਿਆ ਆਪਣੇ ਇੰਡੀਆ ਦੇ ਵਿੱਚ is it a official language of India international language of India associate official language of India or national language of India ਆਪਣੀ ਜਿਹੜੀ official language of India that is ਹਿੰਦੀ ਕਿ ਹਿੰਦੀ ਨੂੰ official language ਦਾ ਜਿਹੜਾ ਆ ਉਹ ਦਿੱਤਾ ਗਿਆ ਹੈ ਖਿਤਾਬ ਦਿੱਤਾ ਗਿਆ ਇੰਗਲਿਸ਼ ਨੂੰ ਕੀ ਕਿਹਾ ਜਾਂਦਾ ਹੈ ਇੰਗਲਿਸ਼ ਨੂੰ associate official language of India ਕਿਹਾ ਜਾਂਦਾ ਹੈ ਕਿ ਆਪਣੇ ਜਿੰਨੇ ਵੀ official ਹੁੰਦੇ ਹੈ ਹਿੰਦੀ ਦੇ ਨਾਲ ਇੰਗਲਿਸ਼ ਦੇ ਵਿੱਚ ਜਿਹੜਾ ਆ ਮੇਨ ਉਹ ਚੱਲਦਾ ਹੈ ਕਿ ਇੰਗਲਿਸ਼ ਜਿਹੜੀ ਉਹਦੇ ਵਿੱਚ ਰੱਖੀ ਜਾਂਦੀ ਇਸ ਲਈ ਇਹਨੂੰ ਐਸੋਸੀਏਟ ਆਫੀਸ਼ੀਅਲ ਲੈਂਗੁਏਜ ਜਿਹੜੀ ਹੈ ਉਹਦਾ ਦਰਜਾ ਦਿੱਤਾ ਗਿਆ ਹੈ ਨੈਕਸਟ ਗੱਲ ਕਰੀਏ ਥੀਏਟਰ ਐਕਟੀਵਿਟੀਜ਼ ਇਨ ਲੈਂਗੁਏਜ ਕਲਾਸਰੂਮ ਦੇ ਵਿੱਚ ਥੀਏਟਰ ਐਕਟੀਵਿਟੀਜ਼ ਕੀ ਕੰਮ ਕਰਦੀਆਂ ਐਨਹਾਂਸ ਦਾ ਕੌਨਫੀਡੈਂਸ ਆਫ ਦਾ ਲਰਨਰਸ ਕਿ ਸਿੱਖਣ ਵਾਲੇ ਜਿਹੜਾ ਲਰਨਰ ਹੈ ਉਹਦੇ ਕੌਨਫੀਡੈਂਸ ਨੂੰ ਵਧਾਉਂਦੀ ਹੈ ਇਨਹੈਂਸ ਕਰਦੀ ਹੈ ਇੰਪਰੂਵ देयर डायलॉग डिलीवरी
कि उन्होंने डायलॉग ਨੂੰ ਡਿਲੀਵਰ ਕਰਨ ਕਿੱਦਾਂ ਉਹਨਾਂ ਨੇ ਡਿਲੀਵਰ ਕਰਨੇ ਆ ਉਸ ਚੀਜ਼ ਨੂੰ ਇੰਪਰੂਵ ਕਰਦੀਆਂ ਹੈ। ਇੰਪਰੂਵ ਕਲਾਸ ਕੋਆਰਡੀਨੇਸ਼ਨ ਕਿ ਕਲਾਸ ਦੀ ਆਪਸ ਦੀ ਕੋਆਰਡੀਨੇਸ਼ਨ ਨੂੰ ਇੰਪਰੂਵ ਕਰਦੀ ਹੈ। ਇਨਹੈਂਸ ਕ੍ਰੀਏਟੀਵਿਟੀ ਇਨ ਲੈਂਗੁਏਜ ਯੂਜ਼ ਵਿਦ ਐਕਸਪ੍ਰੈਸ਼ਨ ਜਾਂ ਫਿਰ ਆਪਣੀ ਲੈਂਗੁਏਜ ਨੂੰ ਯੂਜ਼ ਕਰਨ ਦੀ ਜਿਹੜੀ ਕ੍ਰੀਏਟੀਵਿਟੀ ਹੈ ਕਿ ਆਪਾਂ ਉਹਨੂੰ ਕਿੱਦਾਂ ਯੂਜ਼ ਕਰਨਾ ਹੈ ਵਿਦ ਐਕਸਪ੍ਰੈਸ਼ਨ ਦੇ ਨਾਲ ਉਸ ਚੀਜ਼ ਨੂੰ ਐਨਹੈਂਸ ਕਰਦੀ ਹੈ। ਇੱਥੇ ਗੱਲ ਜਿਹੜੀ ਕੀਤੀ ਹੈ ਥੀਏਟਰ ਐਕਟੀਵਿਟੀਜ਼ ਮਤਲਬ ਕਿ ਜਿਹਦੇ ਵਿੱਚ ਐਕਟਿੰਗ ਦੇ ਥਰੂ ਐਕਟਿੰਗ ਕਰਕੇ ਜਿਹੜੀ ਹੈ ਲੈਂਗੁਏਜ ਨੂੰ ਮੀਨਸ ਕਿ ਡਾਇਲੌਗ ਜਿਹੜੇ ਆਪਾਂ ਬੋਲਨੇ ਆ ਉਹ ਥਰੂ ਐਕਟਿੰਗ ਵਿਦ ਆਪਣੇ ਐਕਸਪ੍ਰੈਸ਼ਨ ਵੀ ਆਣਗੇ। ਸੋ ਇਹ ਕਿਹਦੇ ਅੰਦਰ ਆ ਜਾਏਗੀ, ਇਹ ਆਏਗੀ ਇਨਹੈਂਸ ਕ੍ਰੀਏਟੀਵਿਟੀ ਇਨ ਲੈਂਗੁਏਜ ਯੂਜ਼ ਵਿਦ ਐਕਸਪ੍ਰੈਸ਼ਨ ਕਿ ਲੈਂਗੁਏਜ ਨੂੰ ਇੱਕ ਵਧੀਆ ਤਰੀਕੇ ਨਾਲ ਯੂਜ਼ ਕਰਨਾ ਤਾਂ ਕਿ ਆਪਾਂ ਆਪਣੀ ਜਿਹੜੀ ਹੈ ਮੀਨਸ ਕਿ ਐਕਸਪ੍ਰੈਸ਼ਨ ਦੇ ਥਰੂ ਜਿਹੜੇ ਆ ਆਪਣੀ ਲੈਂਗੁਏਜ ਐਕਸਪ੍ਰੈਸ਼ਨ ਦੇ ਨਾਲ ਨਾਲ ਜਿਹੜੀ ਲੈਂਗੁਏਜ ਨੂੰ ਯੂਜ਼ ਕਰਨਾ ਉਸ ਚੀਜ਼ ਦੀ ਉਸ ਕ੍ਰੀਏਟੀਵਿਟੀ ਨੂੰ ਇਨਹੈਂਸ ਕਰਨਾ ਉਹ ਕਿਹਦੇ ਅੰਦਰ ਆਏਗਾ, ਥੀਏਟਰ ਐਕਟੀਵਿਟੀਜ਼ ਦੇ ਅੰਦਰ। नेक्स्ट आ जाइए asking learners to suggest an alternative title of a storybook क्लास ਦੇ ਵਿੱਚ ਟੀਚਰ ਇੱਕ ਸਟੋਰੀ ਕਰਵਾਉਂਦੀ ਹੈ, ਠੀਕ ਹੈ, ਸੁਣਾ ਰਹੀ ਹੈ ਜਾਂ ਕਰਵਾਉਂਦੀ ਹੈ, ਲਿਖਵਾਉਂਦੀ ਹੈ, ਕੁਝ ਵੀ ਕਰ ਰਹੀ ਹੈ। ਟੀਚਰ ਨੇ ਇੱਕ ਸਟੋਰੀ ਕਰਵਾਈ, ਉਹਦਾ ਇੱਕ ਟਾਈਟਲ ਦਿੱਤਾ, ਫਿਰ ਉਹ ਬੱਚਿਆਂ ਨੂੰ ਕਹਿੰਦੇ ਕਿ ਹੁਣ ਤੁਸੀਂ ਇਹਦਾ ਕੋਈ ਹੋਰ ਟਾਈਟਲ ਸੁਜੈਸਟ ਕਰੋ ਕਿ ਤੁਹਾਡੇ ਅਕੋਰਡਿੰਗ ਇਹਦਾ ਹੋਰ ਟਾਈਟਲ ਕੀ ਹੋਣਾ ਚਾਹੀਦਾ। ਇਹ ਕਿਸ ਚੀਜ਼ ਨੂੰ ਸ਼ੋ ਕਰਦਾ ਹੈ, ਕਨਫਿਊਜ਼ ਲਰਨਰਸ ਅਬਾਊਟ ਦਾ ਵੈਲਿਊਜ਼ ਆਫ ਦੀ ਸਟੋਰੀ ਕਿ ਜੇ ਟੀਚਰ ਕਹੇਗੀ ਕਿ ਤੁਸੀਂ ਮੈਨੂੰ ਸਟੋਰੀ ਦਾ ਇੱਕ ਟਾਈਟਲ ਦਿਓ ਤਾਂ ਕੀ ਬੱਚੇ ਕਨਫਿਊਜ਼ ਹੋ ਜਾਣਗੇ ਕਿ ਸਟੋਰੀ ਦੀ ਕੀ ਵੈਲਿਊ ਸੀ ਕੀ ਨਹੀਂ ਸੀ। encourage them to revisit the story mentally and think critically about it ਕਿ ਜਾਂ ਫਿਰ ਉਹ ਇਨਕਰੇਜ ਕਰ ਰਹੀ ਹੈ ਸਟੂਡੈਂਟਸ ਨੂੰ ਕਿ ਉਹ ਸਟੋਰੀ ਨੂੰ ਦੁਬਾਰਾ ਸੋਚਣ, ਦੁਬਾਰਾ ਪੜ੍ਹਨ, ਰੀਵਿਜ਼ਿਟ ਕਰਨ, ਦੁਬਾਰਾ ਉਹਨੂੰ ਪੜ੍ਹਨ, ਦੁਬਾਰਾ ਉਹਦੇ ਬਾਰੇ ਸੋਚਣ ਤੇ ਜਿਹੜੇ ਆ ਉਹਦੇ ਕ੍ਰਿਟੀਕਲੀ ਉਹਦੇ ਬਾਰੇ ਸੋਚ ਕੇ ਇੱਕ ਜਿਹੜਾ ਉਹਨੂੰ ਟਾਈਟਲ ਦੇਣ। नेक्स्ट है डीमोटिवेट लर्नर्स अबाउट स्टोरी टेलिंग सेशन कि स्टूडेंट्स ਨੂੰ ਜਦੋਂ ਉਹ ਕੁਐਸਚਨ ਪੁੱਛ ਰਹੀ ਹੈ ਤਾਂ ਮਤਲਬ ਇਹ ਕਿ ਉਹ ਸਟੂਡੈਂਟਸ ਨੂੰ ਡੀਮੋਟੀਵੇਟ ਕਰ ਰਹੀ ਹੈ ਕਿ ਨਹੀਂ ਉਹ ਜਿਹੜੇ ਆ ਸਟੋਰੀ ਟੈਲਿੰਗ ਸੈਸ਼ਨ ਦੇ ਵਿੱਚ ਜਿਹੜੇ ਆ ਉਹ ਉਹਨਾਂ ਨੂੰ ਮੀਨਸ ਕਿ ਅੱਗੇ ਉਹੀ ਕੋਸ਼ਿਸ਼ ਕਰਨ ਕਿ ਅਸੀਂ ਇਸ ਕਲਾਸ ਵਿੱਚ ਨਹੀਂ ਜਾਣਾ ਜਾਂ ਨਹੀਂ ਕਰਨਾ ਜਾਂ ਮੇਕ them doubtful about their own understanding ਜਾਂ ਉਹਨਾਂ ਨੂੰ ਖੁਦ ਨੂੰ ਡਾਊਟਫੁਲ ਬਣਾ ਦੇਣਾ ਕਿ ਉਹ ਖੁਦ ਆਪਣੇ ਆਪ ਤੇ ਡਾਊਟਫੁਲ ਹੋ ਜਾਣ ਕਿ ਉਹਨਾਂ ਨੂੰ ਕੋਈ ਸਟੋਰੀ ਸਮਝ ਨਹੀਂ ਆਈ ਜਾਂ ਉਹਨਾਂ ਨੂੰ ਕੋਈ ਚੀਜ਼ ਸਮਝ ਨਹੀਂ ਆ ਰਹੀ ਇਸ ਚੀਜ਼ ਦੇ ਵਿੱਚ ਉਹ ਥੋੜੇ ਡਾਊਟਫੁਲ ਹੋ ਜਾਣ। तो मेन मोटिव की ਹੁੰਦਾ है कि जे वो पूछ रही है स्टूडेंट्स ਨੂੰ लर्नर्स ਨੂੰ पूछ रही है कि ਉਹਦਾ टाइटल ਕੀ ਹੈ ਤੇ ਮਤਲਬ ਕੀ ਹੈ ਕਿ ਉਹਨਾਂ ਨੂੰ ਐਨਕਰੇਜ ਕਰ ਰਹੀ ਹੈ ਕਿ ਉਹ ਸਟੋਰੀ ਨੂੰ ਦੁਬਾਰਾ ਮੈਂਟਲੀ ਉਹਨੂੰ ਰੀਵਿਜ਼ਿਟ ਕਰਨ ਤੇ ਉਹਦੇ ਬਾਰੇ ਕ੍ਰਿਟੀਕਲੀ ਸੋਚਣ। ਠੀਕ ਹੈ, ਨੈਕਸਟ ਆ ਜਾਂਦਾ ਹੈ ਰਾਈਟਿੰਗ ਕੈਨ ਬੀ ਬੈਸਟ ਐਨਹਾਂਸਡ ਥਰੂ ਰਾਈਟਿੰਗ ਕਿਹਦੇ ਥਰੂ ਆਪਾਂ ਐਨਹਾਂਸ ਕਰ ਸਕਦੇ ਆ ਆਪਣੀ ਰਾਈਟਿੰਗ ਨੂੰ ਕਿਹਦੇ ਥਰੂ ਆਪਾਂ ਹੋਰ ਜ਼ਿਆਦਾ ਵਧੀਆ ਕਰ ਸਕਦੇ ਹਾਂ ਥਰੂ ਡ੍ਰਿਲ ਐਕਟੀਵਿਟੀਜ਼ memorizing given samples by heart reading many samples before writing preparing drafts after brainstorming and editing further drill activities ਦਾ ਕੀ ਸੀਗਾ drill activities means ਕਿ ਕਿਸੇ ਚੀਜ਼ ਨੂੰ ਬਾਰ-ਬਾਰ ਪ੍ਰੈਕਟਿਸ ਕਰਵਾ ਕੇ ਉਹਨੂੰ ਲਰਨ ਕਰਵਾਉਣਾ ਕਿਸੇ ਚੀਜ਼ ਨੂੰ ਬਾਰ-ਬਾਰ ਉਹਦੀ ਪ੍ਰੈਕਟਿਸ ਕਰਵਾਉਣੀ memorizing given samples by heart ਕਿ ਸੈਂਪਲਸ ਦੇ ਕੇ ਬੱਚਿਆਂ ਨੂੰ ਉਹਨੂੰ ਯਾਦ ਕਰਨ ਲਈ ਕਹਿਣਾ ਕਿ ਉਹ ਉਹਨੂੰ ਯਾਦ ਕਰਨ ਰੀਡਿੰਗ ਮੈਨੀ ਸੈਂਪਲਸ ਬਿਫੋਰ ਰਾਈਟਿੰਗ ਲਿਖਣ ਤੋਂ ਪਹਿਲਾਂ ਬਹੁਤ ਸਾਰੇ ਸੈਂਪਲ ਜਿਹੜੇ ਬੱਚਿਆਂ ਨੂੰ ਰੀਡ ਕਰਨ ਲਈ ਕਹਿਣਾ ਜਾਂ ਪ੍ਰੀਪੇਅਰਿੰਗ ਡਰਾਫਟਸ ਆਫਟਰ ਬ੍ਰੇਨਸਟਾਰਮਿੰਗ ਐਂਡ ਐਡੀਟਿੰਗ ਫਰਦਰ ਕਿ ਡਰਾਫਟਸ ਤਿਆਰ ਕਰਨੇ ਬ੍ਰੇਨਸਟਾਰਮਿੰਗ ਮੈਂ ਜਿਹੜੀ ਆਪਣੀ ਲਾਸਟ ਸੈਸ਼ਨ ਸੀ ਉਹਦੇ ਵਿੱਚ ਵੀ ਮੈਂ ਇਹ ਚੀਜ਼ ਦੱਸੀ ਸੀ ਕਿ ਬ੍ਰੇਨਸਟਾਰਮਿੰਗ ਦਾ ਮਤਲਬ ਹੁੰਦਾ ਹੈ ਕਿ ਕਿਸੇ ਚੀਜ਼ ਬਾਰੇ ਬਹੁਤ ਸਾਰੇ ਆਈਡੀਆਜ਼ ਜਿਹੜੇ ਆ ਉਹਨੂੰ ਲੈ ਕੇ ਆਣਾ ਉਹਦੇ ਬਾਰੇ ਸੋਚਣਾ ਉਹ ਹੁੰਦੀ ਹੈ ਬ੍ਰੇਨਸਟਾਰਮਿੰਗ ਕਿ ਉਹ ਜਿਹੜੇ ਸਾਰੇ ਆਈਡੀਆਜ਼ ਹੈ ਉਹਨੂੰ ਇੱਕ ਡਰਾਫਟ ਤਿਆਰ ਕਰਨਾ ਫਿਰ ਉਹਦੇ ਵਿੱਚ ਐਡਿਟ ਕਰਨਾ। ਦੇਖੋ ਰਾਈਟਿੰਗ ਜਿਹੜੀ ਹੈ ਰਾਈਟਿੰਗ ਆਪਾਂ ਕਿਸੇ ਬੱਚੇ ਨੂੰ ਕਹਿ ਰਹੇ ਕਿ ਇਸ ਚੀਜ਼ ਉੱਤੇ ਐਸੇ ਲਿਖੋ ਸਟੋਰੀ ਲਿਖੋ ਉਹੀ ਚੀਜ਼ ਆ ਜਾਂਦੀ ਨਾ ਰਾਈਟਿੰਗ ਉੱਤੇ ਲੈਟਰ ਲਿਖੋ ਉਹ ਕਿੱਦਾਂ ਇਨਹੈਂਸ ਹੋਏਗੀ ਉਹ ਇਸ ਤਰ੍ਹਾਂ ਇਨਹੈਂਸ ਹੋਏਗੀ ਕਿ ਇਹ ਚੀਜ਼ਾਂ ਤਾਂ ਹੋ ਗਈ ਰੱਟਾ ਲਗਵਾਉਣਾ ਨਾ ਬੱਚੇ ਨੂੰ ਕਿ ਰਟਵਾ ਕੇ ਤੁਸੀਂ ਇੱਕ ਐਸੇ ਲਿਖਵਾ ਦਿੱਤਾ ਇੱਕ ਸਟੋਰੀ ਲਿਖਵਾ ਦਿੱਤੀ ਬੱਚੇ ਨੂੰ ਉਹੀ ਲਰਨ ਕਰਵਾ ਕੇ ਤੁਸੀਂ ਕਹਿ ਰਹੇ ਹੋ ਕਿ ਹਾਂਜੀ ਉਹ ਲਿਖ ਕੇ ਦਿਖਾਓ ਉਹਦੇ ਵਿੱਚ ਉਹਦੀ ਰਾਈਟਿੰਗ ਕੀ ਇਨਹੈਂਸ ਹੋ ਰਹੀ ਹੈ ਨਹੀਂ ਉਹਦੇ ਇੱਕ ਸਿਰਫ ਉਹ ਮੀਨ ਕਿ ਰੋਟ ਲਰਨਿੰਗ ਜਿਹੜੀ ਹੈ ਉਹਦੇ ਵਿੱਚ ਉਹ ਹੋ ਰਹੀ ਹੈ ਕਿ ਜੇ ਉਹ ਅਲੱਗ-ਅਲੱਗ ਸੈਂਪਲਸ ਪੜ੍ਹ ਲਏਗਾ ਚੋ ਕੋਈ ਇੱਕ ਸੈਂਪਲ ਉਠਾ ਕੇ ਉਹਨੇ ਲਿਖ ਦਿੱਤਾ ਉਹ ਵੀ ਕੀ ਹੈ ਇੱਕ ਤਰ੍ਹਾਂ ਦਾ ਰੋਟ ਲਰਨਿੰਗ ਹੀ ਹੈ। ਲੇਕਿਨ ਜਦੋਂ ਬੱਚਾ ਖੁਦ ਆਪਣੇ ਦਿਮਾਗ ਦੇ ਨਾਲ ਆਈਡੀਆ ਸੋਚੇਗਾ ਅਲੱਗ-ਅਲੱਗ ਆਈਡੀਆਸ ਨੂੰ ਸੋਚੇਗਾ ਉਹਨੂੰ ਇਕੱਠਾ ਕਰੇਗਾ ਉਹਦਾ ਇੱਕ ਡਰਾਫਟ ਬਣਾਏਗਾ ਫਿਰ ਉਹਦੇ ਵਿੱਚ ਐਡਿਟ ਕਰਕੇ ਇੱਕ ਰਾਈਟਿੰਗ ਲਿਖੇਗਾ ਉਹ ਸਹੀ ਟੈਕਨੀਕ ਜਿਹੜੀ ਹੈ ਆਪਣੀ ਰਾਈਟਿੰਗ ਨੂੰ
ਇਨਹੈਂਸ ਕਰੇਗੀ ਕਿਉਂਕਿ ਉਹਦੀ ਕ੍ਰੀਏਟੀਵਿਟੀ ਨੂੰ ਇਨਹੈਂਸ ਕਰੇਗੀ ਕਿ ਬੱਚੇ ਦੇ ਵਿੱਚ ਕੀ ਕ੍ਰੀਏਟੀਵਿਟੀ ਹੈ, ਬੱਚਾ ਕਿੰਨਾ ਕੁ ਕ੍ਰੀਏਟਿਵ ਹੈ, ਉਹ ਕੀ ਸੋਚ ਰਿਹਾ, ਕਿੱਥੇ ਸੋਚ ਰਿਹਾ, ਉਹ ਚੀਜ਼ਾਂ ਜਿਹੜੀਆਂ ਉਹਦੇ ਅੰਦਰ ਆ ਜਾਂਦੀਆਂ। ਸੋ ਰਾਈਟਿੰਗ ਕੈਨ ਬੀ ਬੈਸਟ ਐਨਹਾਂਸ ਥਰੂ preparing drafts after brainstorming and editing further. Next आ जाइए, I cutted the cake into 2 equal halves and give जाना चाहिए and give one to my younger brother. The error made by the child in the above sentence is due to sentence पढ़ो, I cutted the cake into 2 equal halves and give one to my younger brother. ਇੱਥੇ ਬੱਚੇ ਨੇ ਕੀ ਗਲਤੀ ਕੀਤੀ, ਜਦੋਂ ਉਹਨੇ ਸੈਂਟੈਂਸ ਲਿਖਿਆ ਉਹਨੇ ਇੱਥੇ ਸੈਕਿੰਡ ਫਾਰਮ ਜਿਹੜੀ ਗਲਤ ਲਗਾਈ, ਇੱਥੇ ਉਹਨੇ ਸੈਕਿੰਡ ਫਾਰਮ ਗਲਤ ਲਗਾਈ, ਇੱਥੇ ਉਹਨੇ ਸਿਰਫ ਕੱਟ ਹੀ ਆਣਾ ਸੀ, ਕੱਟ ਦੀ ਜਗ੍ਹਾ ਤੇ ਉਹਨੇ ਕੱਟਡ ਯੂਜ਼ ਕਰ ਦਿੱਤਾ, ਇੱਥੇ ਗੇਵ ਆਣਾ ਸੀ, ਉਹਨੇ ਗੇਵ ਦੀ ਜਗ੍ਹਾ ਗਿਵ ਯੂਜ਼ ਕਰ ਦਿੱਤਾ। ਇਹ ਜਿਹੜੀ ਐਰਰ ਹੈ ਉਹ ਕਿਹਦੇ ਅੰਡਰ ਆਉਂਦੀ ਹੈ? ਪਹਿਲਾਂ ਉਹਨਾਂ ਨੇ ਕਿਹਾ ਓਵਰ ਜਨਰਲਾਈਜ਼ੇਸ਼ਨ, ਮਿਸਇਨਫੋਰਮੇਸ਼ਨ, ट्रांसपेरेंस एंड ओमिशन। मिसइनफॉर्मेशन मीनस कि बच्चे ਨੂੰ ਉਹਦੀ ਨੌਲੇਜ ਹੀ ਨਹੀਂ ਹੈ ਨਾ, ਵੀ ਉਹਦੇ ਕੋਲ ਗਲਤ ਨੌਲੇਜ ਹੈ, ਉਹਨੇ ਇਨਫੋਰਮੇਸ਼ਨ ਜਿਹੜੀ ਉਹਦੀ ਗਲਤ ਹੈ ਉਹਦੇ ਅਕੋਰਡਿੰਗਲੀ। ਟ੍ਰਾਂਸਪੇਰੈਂਸ ਹੁੰਦਾ ਹੈ ਕਿ ਜਦੋਂ ਇੱਕ ਚੀਜ਼ ਤੋਂ ਦੂਜੀ ਜਗ੍ਹਾ ਤੇ ਆਪਾਂ ਚੀਜ਼ ਨੂੰ ਟ੍ਰਾਂਸਫਰ ਕਰਦੇ ਆ, ਕਿ ਇੱਕ ਜਿਹੜੀ ਲੈਂਗੁਏਜ ਹੈ ਉਹ ਦੂਜੇ ਪਾਸੇ ਆਪਾਂ ਉਹਨੂੰ ਇਹ ਕਰ ਰਹੇ ਆ, ਜਾਂ ਫਿਰ ਓਮਿਸ਼ਨ ਕਿ ਉਹ ਕੁਝ ਭੁੱਲ ਗਿਆ, ਜਾਂ ਫਿਰ ਓਵਰ ਜਨਰਲਾਈਜੇਸ਼ਨ, ਉਹਦੇ ਬਾਰੇ ਉਹਨੇ ਖੁਦ ਦੀ ਇੱਕ ਸੋਚ ਬਣਾ ਲਈ। ਦੇਖੋ ਇਹਦੇ ਵਿੱਚ ਉਹਨੇ ਕੀ ਗਲਤੀ ਕੀਤੀ ਹੈ ਕਿ ਆਪਾਂ ਨੂੰ ਪਤਾ ਕਿ ਆਪਣੇ ਕੋਲ ਰੈਗੂਲਰ ਵਰਬਸ ਔਰ ਇਰੈਗੂਲਰ ਵਰਬਸ ਹੁੰਦੀਆਂ। ਕੱਟ ਔਰ ਗਿਵ ਜਿਹੜੀ ਸੀ ਉਹ ਇਰੈਗੂਲਰ ਵਰਬ ਸੀਗੀ, ਠੀਕ ਹੈ, ਕੱਟ ਔਰ ਗਿਵ ਜਿਹੜੀ ਸੀ ਉਹ ਇਰੈਗੂਲਰ ਵਰਬ ਸੀਗੀ, ਲੇਕਿਨ ਬੱਚੇ ਨੂੰ ਮੇਬੀ ਰੈਗੂਲਰ ਵਰਬ ਦਾ ਹੀ ਪਤਾ ਸੀ, ਉਹਨੂੰ ਰੈਗੂਲਰ ਵਰਬ ਦੇ ਅਕੋਰਡਿੰਗਲੀ ਹੀ ਉਹਨੇ ਆਪਣੀ ਜਗ੍ਹਾ ਆਪਣੇ ਅਕੋਰਡਿੰਗਲੀ ਸਹੀ सेकेंड फॉर्म ऑफ द वर्ब ही यूज की, उसे कटड लगाता, उसे गिफ्ट लगा दिता, लेकिन उन्हें इरेगुलर वर्ब की जगह उन्हें रेगुलर वर्ब बना दिता। वो की सी ओदी ओवर जनरलाइजेशन सी, वो एक जिहड़ा कॉन्सेप्ट उन्हें पढ़िया ਉਹਦੇ ਵਿੱਚ ओवर जनरलाइजेशन ਉਹਨੂੰ ਉਹਦੇ ਵਿੱਚ क्लैरिटी नहीं आई, ਉਹਦੀ ओवर जनरलाइजेशन करके ਜਿਹੜਾ ਆ ਉਹਨੇ ਇਹ ਵਾਲੀ ਮਿਸਟੇਕ ਕੀਤੀ। मल्टीमीडिया रिसोर्सेज, हाँ जी मल्टीमीडिया रिसोर्सेज की हुंदे है? मल्टीमीडिया रिसोर्सेज की है, उन्होंने की ऑप्शन दित्तियां आर एन एक्सीलेंट रिप्लेसमेंट फॉर टीचर्स इन ऑल क्लासेस, कि सारियां क्लासेस दे विच टीचर्स नू रिप्लेस करना, एक वधिया रिप्लेसमेंट करनी, ओनू आपां कहंदे आ ਉਹ ਆਪਣੀ ਹੋ ਗਈ, मींस कि ਉਹ मल्टीमीडिया रिसोर्सेज है। कैन बी यूज्ड इफेक्टिवली विद हायर क्लासेस ओनली, ਇਹਨੂੰ ਜੇ ਆਪਾਂ मल्टीमीडिया ਨੂੰ यूज करिए ਆਪਾਂ हायर क्लासेस ਦੇ ਵਿੱਚ ਜਿਹੜਾ ਇਹਨੂੰ ਚੰਗੀ ਤਰ੍ਹਾਂ यूज ਕਰ ਸਕਦੇ ਕਿ ਉਹਦੇ ਵਿੱਚ ਇਹਦਾ ਇਫੈਕਟ ਜਿਹੜਾ ਜ਼ਿਆਦਾ ਹੁੰਦਾ ਹੈ। क्रिएट एम्बीग्यूटी इन द माइंड्स ऑफ लर्नर, एम्बीग्यूटी की ਹੁੰਦਾ ਕਿ ਇੱਕ ਜਿੱਦਾਂ ਧੁੰਦਲਾਪਨ ਜਿਹਾ ਛਾ ਜਾਣਾ, ਕਿ ਉਹਨਾਂ ਦੇ ਮਾਈਂਡ ਦੇ ਵਿੱਚ ਇੱਕ ਉਹ ਐम्बीग्यूटी ਜਿਹੜੀ ਉਹਨਾਂ ਨੇ ਉਹ ਪੈਦਾ ਕਰ ਦੇਣੀ। कैन बी एक्सप्लोर्ड एज अ लर्निंग रिसोर्स इफ यूज्ड जुडिशियसली, कि ਇੱਕ ਲਰਨਿੰਗ ਰਿਸੋਰਸ ਦੇ ਤੌਰ ਤੇ ਮਲਟੀਮੀਡੀਆ ਨੂੰ ਯੂਜ਼ ਕੀਤਾ ਜਾ ਸਕਦਾ ਜੇ ਇਹਨੂੰ ਸਹੀ ਢੰਗ ਦੇ ਨਾਲ ਜੁਡੀਸ਼ੀਅਲੀ ਜਿਹੜਾ ਆ ਮੀਨ ਕਿ ਸਹੀ ਕਿੰਨਾ ਕੁ ਯੂਜ਼ ਕਰਨਾ ਹੈ ਕਿੰਨਾ ਕੁ ਨਹੀਂ, ਜੇ ਇਸ ਤਰੀਕੇ ਨਾਲ ਯੂਜ਼ ਕੀਤਾ ਜਾਵੇ ਤਾਂ ਇੱਕ ਵਧੀਆ अपना मीनस की लर्निंग रिसोर्स ਇਹ बन सकता है। पहला तो हो गया मल्टीमीडिया ਹੁੰਦਾ ਕੀ ਹੈ। मल्टीमीडिया ਦਾ ਮਤਲਬ ਕੀ ਹੈ ਕਿ ਜਦੋਂ ਆਪਾਂ मीनस की ऑडियो विजुअल एड्स यूज करते हैं, जिद्दां कि ਆਪਾਂ ਨੈਟ ਤੋਂ ਅੱਜ ਕੱਲ ਵੀਡੀਓਜ਼ ਵਗੈਰਾ ਆ YouTube ਤੋਂ ਬੱਚਿਆਂ ਨੂੰ ਉਹ ਦਿਖਾਉਂਦੇ ਆ, ਜਾਂ ਫਿਰ ਆਪਾਂ ਸਮਾਰਟ ਕਲਾਸਿਸ ਦੇ ਵਿੱਚ ਬੱਚਿਆਂ ਨੂੰ ਕਿਸੇ ਪਿਕਚਰ ਦੇ ਥਰੂ ਜਾਂ ਕਿਸੇ ਵੀਡੀਓ ਦੇ ਥਰੂ ਆਪਾਂ ਬੱਚੇ ਨੂੰ ਐਕਸਪਲੇਨ ਕਰਦੇ ਨਾ, ਉਹਨੂੰ ਚੀਜ਼ ਨੂੰ ਆਪਾਂ ਕਹਿੰਦੇ ਆ ਉਹ ਹੁੰਦੀ ਹੈ ਮਲਟੀਮੀਡੀਆ। टीचर्स ਨੂੰ अगर रिप्लेस कर लिया मल्टीमीडिया, कल्ला मल्टीमीडिया स्टूडेंट ਨੂੰ लर्न नहीं करवा सकता। जे आप हायर क्लासेस ਉਹਨੂੰ यूज करिए तो ਕਹਿੰਦੇ ਜ਼ਿਆਦਾ ਇਫੈਕਟਿਵ ਹੋਗਾ, ਨਹੀਂ। ਜੇ ਆਪਾਂ ਦੇਖੀਏ ਕਿ ਛੋਟਾ ਬੱਚਾ ਜਿੰਨਾ ਵਧੀਆ ਤਰੀਕੇ ਨਾਲ ਉਹ ਤੋਂ ਸਿੱਖਦਾ ਹੈ ਨਾ, ਉਹਨਾਂ ਸ਼ਾਇਦ ਵੱਡਾ ਬੱਚਾ ਜਾਂ ਮੀਨ ਕਿ ਹਾਇਰ ਕਲਾਸਿਸ ਵਾਲੇ ਨਹੀਂ ਸਿੱਖਦੇ। ਠੀਕ ਹੈ ਉਹ ਵੀ ਸਿੱਖਦੇ ਹੈ, ਲੇਕਿਨ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਉਹਦੇ ਉੱਤੇ ਇਸ ਚੀਜ਼ ਦਾ ਜ਼ਿਆਦਾ ਇਫੈਕਟ ਹੁੰਦਾ। ਹੁਣ ਤੁਸੀਂ ਪੋਇਮਸ ਦੀ ਗੱਲ ਕਰੋ ਕਿ ਬੱਚੇ ਨੂੰ ਆਪਾਂ ਪੋਮ ਕਰਵਾ ਰਹੇ ਹਾਂ ਥਰੂ YouTube ਦੀ ਵੀਡੀਓ ਦਿਖਾ ਕੇ ਆਪਾਂ ਉਹਨਾਂ ਨੂੰ ਪੋਮ ਕਰਵਾ ਰਹੇ, ਉਹਦੇ ਵਿੱਚ ਬੱਚੇ ਦਾ ਇੰਟਰਸਟ ਵੀ ਪੈਦਾ ਹੁੰਦਾ ਹੈ, ਬੱਚਾ ਇੱਕ ਇੰਟਰਸਟਿੰਗ ਵੇ ਦੇ ਨਾਲ ਉਹਨੂੰ ਪੜ੍ਹਦਾ ਹੈ ਤੇ ਉਹਨੂੰ ਸਿੱਖਣ ਦੀ ਕੋਸ਼ਿਸ਼ ਕਰਦਾ ਹੈ। ਤੇ ਇਹ ਤਾਂ ਚੀਜ਼ ਗਲਤ ਹੀ ਹੈ ਕਿ ਐम्बिग्यूटी ਪੈਦਾ ਕਰਦਾ ਹੈ ਆਪਣੇ ਮਾਈਂਡਸ ਦੇ ਵਿੱਚ। ਲਾਸਟ ਉਹਨੇ ਕਿਹਾ ਕਿ ਜੇ ਉਹਨੂੰ ਸਹੀ ਢੰਗ ਦੇ ਨਾਲ ਸਹੀ ਤਰੀਕੇ ਨਾਲ ਜੁਡੀਸ਼ੀਅਲੀ ਵੇ ਦੇ ਨਾਲ ਉਹਨੂੰ ਆਪਾਂ ਜੇ ਯੂਜ਼ ਕਰ ਲਈਏ ਤਾਂ ਇੱਕ ਵਧੀਆ ਲਰਨਿੰਗ ਰਿਸੋਰਸ ਜਿਹੜਾ ਆ ਉਹ ਬਣ ਸਕਦਾ ਹੈ ਜੇ ਆਪਾਂ ਮਲਟੀਮੀਡੀਆ ਨੂੰ ਸਹੀ ਢੰਗ ਨਾਲ ਯੂਜ਼ ਕਰਦੇ ਹਾਂ, ਰਾਈਟ। An essay on the topic pollution is an example of,
ਆਪਾਂ ਬੱਚੇ ਨੂੰ ਕਿਹਾ ਕਿ ਉਹਨੇ ਪੋਲਿਊਸ਼ਨ ਦੇ ਉੱਤੇ ਐਸੇ ਲਿਖਣਾ ਹੈ, ਉਹ ਕਿਹੜੇ ਟੈਕਸਟ ਦੀ ਐਗਜ਼ਾਮਪਲ ਹੈ? ਪਹਿਲਾ ਹੈ ਐਕਸਪੋਜ਼ਿਟਰੀ ਟੈਕਸਟ। ਐਕਸਪੋਜ਼ਿਟਰੀ ਟੈਕਸਟ ਜਿਹਦੇ ਵਿੱਚ ਕੀ ਫੈਕਟਸ ਦਿੱਤੇ ਜਾਂਦੇ ਆ, ਫੈਕਟਸ ਦਿੱਤੇ ਜਾਂਦੇ, ਉਹ ਹੁੰਦਾ ਆਪਣਾ ਐਕਸਪੋਜ਼ਿਟਰੀ ਟੈਕਸਟ। ਹਿਸਟੋਰੀਕਲ ਟੈਕਸਟ ਜਿਹੜਾ ਕਿ ਹਿਸਟਰੀ ਦੇ ਉੱਪਰ ਬੇਸਡ ਹੁੰਦਾ ਹੈ। ਨਰੇਟਿਵ ਟੈਕਸਟ, ਨਰੇਟਿਵ ਟੈਕਸਟ ਦੇ ਵਿੱਚ ਨਰੇਸ਼ਨ ਆ ਜਾਂਦੀ, ਜਿੱਦਾਂ ਕਿ ਆਪਾਂ ਕੋਈ ਸਟੋਰੀ ਸੁਣਾ ਰਹੇ ਹਾਂ, ਕਿ ਕੋਈ ਆਪਾਂ ਦੱਸ ਰਹੇ ਹਾਂ ਕਿ ਏਦਾਂ ਹੋਇਆ ਸੀ ਜਾਂ ਏਦਾਂ ਨਹੀਂ ਹੋਇਆ ਸੀ, ਉਹ ਆਪਣੀ ਨਰੇਟਿਵ ਟੈਕਸਟ ਆ ਜਾਂਦਾ। ਇਮੇਜਿਨੇਟਿਵ ਟੈਕਸਟ, ਜਿੱਥੇ ਆਪਣੀ ਇਮੇਜਿਨੇਸ਼ਨ ਕੰਮ ਕਰਦੀ ਹੈ, ਠੀਕ ਹੈ। ਇੱਥੇ ਗੱਲ ਕੀਤੀ ਹੈ ਪੋਲਿਊਸ਼ਨ ਦੀ। ਪੋਲਿਊਸ਼ਨ ਕੀ ਹੈ? ਇਹ ਕੋਈ ਇਮੇਜਿਨੇਸ਼ਨ ਨਹੀਂ ਹੈਗੀ ਨਾ, ਰਿयलिटी है। हिस्ट्री भी नहीं है कि अपने अज के टॉपिक है कि ਇਹਦੇ ਬਾਰੇ ਆਪਾਂ ਕੋਈ स्टोरी नहीं सुनानी, ऐसे लिखना है, मीनस कि आप फैक्ट्स दे रहे हैं। सो ऐसे वाला टॉपिक पॉल्यूशन इज एग्जांपल ऑफ एक्सपोजिटरी टेक्स्ट। कि किहदी एग्जांपल है? एक एक्सपोजिटरी टेक्स्ट दी एग्जांपल है जिहदे विच आपां फैक्ट्स नूं शो करना है। According to critical period hypothesis, CPH, which of the following factor is linked to the language acquisition process? CPH ਦੇ accordingly ਇਹਨਾਂ ਵਿੱਚੋਂ ਕਿਹੜਾ ਫੈਕਟਰ ਹੈਗਾ ਹੈ ਜਿਹੜਾ ਕਿ acquisition process ਦੇ ਨਾਲ ਜਿਹੜਾ ਹੈ linked ਹੁੰਦਾ ਹੈ? First is biological age, motivation, intelligence or aptitude। biological age ਕੀ ਹੈ? ਜਿਹੜੀ ਆਪਣੀ ਜਨਮ ਦੀ means ਕਿ अपनी एज हो गई अपने, वो आप हो गई बायोलॉजिकल एज। मोटिवेशन, किसी ने मोटिवेट करना। इंटैलीजेंस, बच्चे दे किन्नी की इंटैलीजेंस है। एप्टीट्यूड का की एप्टीट्यूड है ਉਹਦੇ ਅਕੋਰਡਿੰਗਲੀ। ਤੇ ਇੱਥੇ ਗੱਲ ਕੀਤੀ ਕ੍ਰਿਟੀਕਲ ਪੀਰੀਅਡ ਹਾਈਪੋਥेसिस ਦੇ ਅਕੋਰਡਿੰਗਲੀ ਇਹਨਾਂ ਦੇ ਵਿੱਚੋਂ ਜਿਹੜੀ ਬਾਇਓਲੋਜੀਕਲ ਏਜ ਹੈ ਉਹ ਲੈਂਗੁਏਜ ਐਕੁਜੀਸ਼ਨ ਪ੍ਰੋਸੈਸ ਦੇ ਨਾਲ ਲਿੰਕ ਹੁੰਦੀ ਹੈ। ਕਿ ਲੈਂਗੁਏਜ ਐਕੁਜੀਸ਼ਨ ਕਦੋਂ ਹੁੰਦੀ ਹੈ? ਮੀਨਸ ਕਿ ਐਕਵਾਇਰ ਆਪਾਂ ਕਦੋਂ ਕਰਦੇ ਆ? ਅਨਕੌਂਸ਼ੀਅਸ ਮਾਈਂਡ ਦੇ ਨਾਲ ਆਪਾਂ ਨੂੰ ਐਕਵਾਇਰ ਕਰਦੇ ਆ, ਤੇ ਜਨਮ ਤੋਂ ਹੀ ਆਪਾਂ ਇਹਨੂੰ ਐਕਵਾਇਰ ਕਰਨਾ शुरू कर देंगे। The objective of three language formula, three language formula ਦਾ ਕੀ objective ਸੀ? ਪਹਿਲਾਂ ਤੇ ਸਮਝੇ ਕਿ three language formula ਕੀ ਹੈ। ਕੋਠਾਰੀ ਕਮਿਸ਼ਨ, ਕੋਠਾਰੀ ਕਮਿਸ਼ਨ ਜਿਹੜਾ ਕਿ ਬਣਾਇਆ ਗਿਆ ਸੀ 1964 ਦੇ ਵਿੱਚ। 1964 ਦੇ ਵਿੱਚ ਕੋਠਾਰੀ ਕਮਿਸ਼ਨ ਨੇ ਮੀਨਸ ਕਿ ਜਿਹਦੇ ਚੇਅਰਮੈਨ ਸੀ ਡਾਕਟਰ ਡੀਐਸ ਕੋਠਾਰੀ। ਡਾਕਟਰ ਡੀਐਸ ਕੋਠਾਰੀ, ਇਹਦੇ ਵਿੱਚ ਇੱਕ ਕਮੇਟੀ ਤਿਆਰ ਕੀਤੀ ਗਈ ਸੀ ਜਿਨ੍ਹਾਂ ਨੇ ਉਸ ਟਾਈਮ ਦੀ ਐਜੂਕੇਸ਼ਨਲ ਪਾਲਿਸੀਜ਼ ਦੇ ਜਿਹੜੇ ਆ ਉਹਦੇ ਉੱਤੇ ਕੁਝ ਜਿਹੜੀਆਂ ਮੀਨਸ ਕਿ ਉਹ ਉਹਨਾਂ ਨੇ ਇੱਕ ਮੀਨ ਕਿ ਉਹ ਤਿਆਰ ਕੀਤਾ ਸੀ, ਇੱਕ ਪੂਰੀ ਰਿਪੋਰਟ ਤਿਆਰ ਕੀਤੀ ਸੀ ਕਿ ਉਹਦੇ 'ਚ ਕੀ ਕਮੀਆਂ, ਕਿੱਦਾਂ ਕਰਵਾਉਣਾ ਚਾਹੀਦਾ, ਕਿੱਦਾਂ ਨਹੀਂ ਕਰਵਾਉਣਾ ਚਾਹੀਦਾ। ਉਹਨਾਂ ਨੇ ਹੀ ਥ੍ਰੀ ਲੈਂਗੁਏਜ ਫਾਰਮੂਲਾ ਨੂੰ ਉਸ ਟਾਈਮ ਉਹਦੇ ਵਿੱਚ ਮੀਨ ਕਿ ਸ਼ੁਰੂ ਕੀਤਾ ਸੀ। ਉਹਦੇ ਵਿੱਚ ਥ੍ਰੀ ਲੈਂਗੁਏਜ ਫਾਰਮੂਲਾ ਦਿੱਤਾ ਸੀ। ਥ੍ਰੀ ਲੈਂਗੁਏਜ ਫਾਰਮੂਲਾ ਦਾ ਕੀ ਮੇਨ ਕੰਮ ਸੀ? ਥ੍ਰੀ ਲੈਂਗੁਏਜ ਫਾਰਮੂਲਾ ਮਤਲਬ ਸੀ ਕਿ ਥ੍ਰੀ ਲੈਂਗੁਏਜਸ ਨੂੰ ਯੂਜ਼ ਕੀਤਾ ਜਾਏਗਾ। ਥ੍ਰੀ ਲੈਂਗੁਏਜਸ ਦੇ ਵਿੱਚ ਇੱਕ ਆਪਣੀ ਜਿਹੜੀ ਨੈਸ਼ਨਲ ਲੈਂਗੁਏਜ ਹੋ ਗਈ ਕਿ ਹਿੰਦੀ, दूसरी इंग्लिश क्योंकि अजकल जी हर पासे इंग्लिश जी बहुत जरूरी है, और तीसरी लैंग्वेज उन्होंने क्या सीगा, थर्ड लैंग्वेज की स्टेट लैवल है, स्टेट लैवल की जी लैंग्वेज है उस चीज़ नूं मीन कि तीनों लैंग्वेज के थ्रू जिहड़ा आ पढ़न उन्होंने क्या सी कि उहदे अकॉर्डिंगली तीनों लैंग्वेज नूं यूज करना है ताकि जिहड़ा आ आपां उहनूं मीन कि किसी भी चीज़ नूं चंगी तरह समझ सकीए। सिर्फ दो लैंग्वेज मीन कि बायलिंगुअल नहीं, थ्री लैंग्वेज फार्मूला जो उन्होंने यूज करने की गल की सीगी ਉਹਦੇ ਵਿੱਚ, ठीक है। ਇਹਦੇ ਅਕੋਰਡਿੰਗ ਉਹਨਾਂ ਨੇ ਕੀ ਆਪਾਂ ਨੂੰ ਆਪਸ਼ਨ ਦਿੱਤੇ ਹੈ। ਫਰਸਟ ਇਜ਼ ਦ ਪ੍ਰਮੋਸ਼ਨ ਆਫ ਹਿੰਦੀ ਐਜ਼ ਦ ਨੈਸ਼ਨਲ ਲੈਂਗੁਏਜ। ਕਿ ਉਹਦਾ ਮੇਨ ਮੋਟਿਵ ਕੀ ਸੀਗਾ ਕਿ ਹਿੰਦੀ ਨੂੰ ਐਜ਼ ਅ ਨੈਸ਼ਨਲ ਲੈਂਗੁਏਜ ਪ੍ਰਮੋਟ ਕਰਨਾ। ਦ ਪ੍ਰਮੋਸ਼ਨ ਆਫ ਮਲਟੀਲਿੰਗੁਅਲਿਜ਼ਮ ਇਨ ਦ ਕਰਿਕੂਲਮ, ਕਿ ਸਿਲੇਬਸ ਦੇ ਵਿੱਚ ਜਿਹੜੇ ਮਲਟੀਲਿੰਗੁਅਲਿਜ਼ਮ ਨੂੰ ਆਪਾਂ ਪ੍ਰਮੋਟ ਕਰਨਾ। ਦ ਪ੍ਰਮੋਸ਼ਨ ਆਫ ਰੀਜਨਲ ਲੈਂਗੁਏਜ ਐਟਲੀਸਟ ਐਜ਼ ਅ ਥਰਡ ਲੈਂਗੁਏਜ, या रीजनल लैंग्वेज ਨੂੰ एज अ थर्ड लैंग्वेज ਆਪਾਂ यूज कर ਉਹਨੂੰ प्रमोट करना, या द प्रमोशन ऑफ इंग्लिश एज द कनेक्टिंग लैंग्वेज, या फिर इंग्लिश ਨੂੰ एज अ कनेक्टिंग लैंग्वेज ਆਪਾਂ प्रमोट करना। देखो उन्होंने तीन लैंग्वेज की गल की सी, ठीक है। इंग्लिश भी यूज करनी, हिंदी भी यूज करनी, और थर्ड अपनी स्टेट लैंग्वेज भी यूज करनी है। मेन उन्होंने की सीगा मोटिव, उन्होंने मोटिव सीगा कि मल्टीलिंगुअलिज्म ਨੂੰ करिकुलम ਦੇ ਵਿੱਚ प्रमोट करना, किसी एक लैंग्वेज पे जोर नहीं देना, मल्टीलिंगुअलिज्म ਨੂੰ ਉਹਦੇ ਵਿੱਚ प्रमोट करना। which is not a compulsory component of model reading। मॉडल रीडिंग पहला हुंदी की है,
मॉडल रीडिंग का मतलब की है जो एक टीचर मीनस कि खुद या किसी दूसरे बंदे या किसी बच्चे ਨੂੰ ਕਹਿੰਦਾ ਹੈ ਕਿ ਉਹ ਪੜ੍ਹ ਕੇ ਕੁਝ ਰੀਡ ਕਰਕੇ ਜਿਹੜਾ ਹੈ ਵਾਕਿਆ ਨੂੰ ਸੁਣਾਏ ਉਹਦੀ ਮॉडल ਰੀਡਿੰਗ ਨਾ ਜਦੋਂ ਇੱਕ ਟੀਚਰ ਖੁਦ ਚੈਪਟਰ ਨੂੰ ਰੀਡ ਕਰਕੇ ਬੱਚਿਆਂ ਨੂੰ ਸੁਣਾ ਰਿਹਾ ਦੈਟ ਇਜ਼ ਦਾ मॉडल रीडिंग ਉਹਦੇ ਵਿੱਚ ਕਿਹੜਾ ਕੰਪੋਨੈਂਟ ਜਿਹੜਾ ਉਹਦਾ ਨਹੀਂ ਹੈਗਾ ਕਰੈਕਟ ਪ੍ਰੋਨੰਸੀਏਸ਼ਨ रीड करना है जो जिस तरह टीचर जो रीड करेगी बच्चे उसे चीज ही सीखणगे मीनस कि जिस तरह वो किसी वर्ड ਨੂੰ प्रोनाउंस करेगी बच्चे उसे चीज ਨੂੰ उसे तरह ही प्रोनाउंस करनगे जे मीनस कि ਆਪਾਂ ਗੱਲ ਕਰੀਏ ਕਿ ਕੋਈ ਵਰਡ ਹੈ ਜਿੱਦਾਂ ਟੀਚਰ ਬੋਲ ਰਹੀ ਹੈ ਕਿ ਸਟੂਡੈਂਟ ਨੇ ਵੀ ਉਦਾਂ ਹੀ ਬੋਲਣਾ ਹੈ ਜਿੱਦਾਂ ਕਿ ਆਪਾਂ ਕਹਿੰਦੇ ਆ ਵਾਟ ਠੀਕ ਹੈ ਵਾਟ ਕਈ ਨੂੰ ਕਹਿੰਦੇ ਵਟ राइट लेकिन सही प्रोनाउंसिएशन की है व्हाट ਹੁਣ ਟੀਚਰ ਜੇ ਉਹਨੂੰ ਵਾਟ ਦੀ ਜਗ੍ਹਾ ਤੇ ਵਟ ਪੜ ਰਹੀ ਹੈ ਤਾਂ ਸਟੂਡੈਂਟ ਵੀ ਉਹਨੂੰ ਵਟ ਹੀ ਬੋਲਣਗੇ ਉਹ ਵਾਟ ਨਹੀਂ ਬੋਲਣਗੇ ਜੋ ਟੀਚਰ ਨੇ ਬੋਲਣਾ ਹੈ ਉਹੀ ਸਟੂਡੈਂਟ ਨੇ ਸਿੱਖਣਾ ਹੈ ਸੋ ਕਰੈਕਟ ਪ੍ਰੋਨਾਂਸੀਏਸ਼ਨ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਇੱਕ ਇੰਪੋਰਟੈਂਟ ਕੰਪੋਨੈਂਟ ਹੈ मॉडल रीडिंग ਦਾ ਠੀਕ ਹੈ सेकंड है करेक्ट स्पेलिंग की सही स्पेलिंग बोलने ਹੁਣ ਦੇਖਿਆ ਜਾਵੇ ਜਦੋਂ ਆਪਾਂ ਰੀਡ ਕਰਦੇ ਤਾਂ ਆਪਾਂ ਸਪੈਲਿੰਗ ਤਾਂ ਨਹੀਂ ਰੀਡ ਕਰ ਰਹੇ ਨਾ ਨਾਲ ਆਪਾਂ ਮੇਨ ਮੋਟਿਵ ਕੀ ਆਪਾਂ ਰੀਡ ਕਰਕੇ ਬੱਚਿਆਂ ਨੂੰ ਉਹਦੀ ਪ੍ਰੋਨੰਸੀਏਸ਼ਨ ਸਿਖਾਣੀ ਹੈ ਨੈਕਸਟ ਉਹਨਾਂ ਨੇ ਕਿਹਾ ਇੰਟੋਨੇਸ਼ਨ ਹੁੰਦਾ ਹੈ ਕਿ ਕਿੱਥੇ ਆਪਣੀ ਮੀਨਸ ਕਿ ਜਿਹੜੀ ਜਦੋਂ ਕਿੱਥੇ ਆਪਣੀ ਪਿਚ ਜਿਹੜੀ ਲੋ ਜਾ ਰਹੀ ਹੈ ਕਿੱਥੇ ਹਾਈ ਜਾ ਰਹੀ ਹੈ ਕਿੱਥੇ ਆਵਾਜ਼ ਥੋੜੀ ਉੱਚੀ ਹੋਣੀ ਚਾਹੀਦੀ ਹੈ ਕਿੱਥੇ ਨੀਵੀਂ ਹੋਣੀ ਚਾਹੀਦੀ ਹੈ ਉਸ ਚੀਜ਼ ਨੂੰ ਕਹਿੰਦੇ ਆ ਇੰਟੋਨੇਸ਼ਨ ਕਿ ਉਹ ਵੀ ਇੱਕ ਆਪਣੇ ਬੋਲਣ ਦੀ ਫਾਰਮ ਆ ਗਈ ਨਾ स्ट्रेस एंड पॉज का मतलब की है कि केड़े वर्ड उत्ते जाके ज्यादा स्ट्रेस देना है कित्थे जाके पॉज देना रुकना है और कित्थों फिर उन्होंने दोबारा शुरू करना है कितना पॉज देना शॉर्ट पॉज देना लॉन्ग पॉज देना वो भी जिहड़ी अपनी रीडिंग दे विच आ जांदा है सो केड़ा कंपोनेंट नहीं है करेक्ट स्पेलिंग जिहड़ा आ वो मॉडल रीडिंग दा कंपोनेंट नहीं ठीक है सो दिस वाज ऑल अबाउट आवर टुडेज क्लास अज दे विच आपां जिहड़े आ अलग अलग क्वेश्चंस ਜਿਹੜੇ ਆ ਉਹਦੇ ਕੀਤੇ ਇੱਕ ਚੀਜ਼ ਧਿਆਨ ਦਿਓ ਦੇਖੋ ਕਿ ਜਿੰਨੇ ਵੀ ਆਪਾਂ ਹੁਣ ਤੱਕ ਕੁਐਸਚਨਸ ਜਿਹੜੇ ਆ ਇਹਦੇ ਵਿੱਚ ਆਪਾਂ ਪੜ੍ਹੇ ਆ ਆਪਣੀ ਸੀਰੀਜ਼ ਦੇ ਵਿੱਚ ਪੜ੍ਹੇ ਆ ਉਹਦੇ ਵਿੱਚ ਦੇਖੋ ਕਿ ਕੁਝ ਜਿਹੜੇ ਕੁਐਸਚਨਸ ਹੈ ਉਹ ਬਾਰ-ਬਾਰ ਰਿਪੀਟ ਹੋ ਰਹੇ ਆ ਲੇਕਿਨ ਉਹ ਸੇਮ ਲੈਂਗੁਏਜ ਵਿੱਚ ਰਿਪੀਟ ਨਹੀਂ ਹੋ ਰਹੇ ਉਹ ਕੀ ਹੈ ਕਿ ਉਹਨਾਂ ਦੀ ਥੋੜਾ ਜਿਹਾ ਵਰਡਿੰਗ ਨੂੰ ਚੇਂਜ ਕੀਤਾ ਗਿਆ ਹੈ ऑप्शंस तो क्वेश्चंस बन गए क्वेश्चन तो ऑप्शंस बन गए मीन कि गल उसे टॉपिक दी हो रही है उसे चीज दी हो रही है सिर्फ उन्होंने घुमा फिरा के ਉਹਦੇ ਵਿੱਚ यूज किया गया है ਤਾਂ ਮੇਨ ਆਪਣਾ ਜਿਹੜਾ ਮੋਟਿਵ ਉਹ ਇਹੀ ਚੀਜ਼ ਹੈ ਇਸੇ ਚੀਜ਼ ਨੂੰ ਆਪਾਂ ਸਮਝਣਾ ਹੈ ਕਿ ਪੇਪਰ ਨੂੰ ਕਿਸ ਤਰ੍ਹਾਂ ਤਿਆਰ ਕਰਦੇ ਆ ਸਿਲੇਬਸ ਵਿੱਚੋਂ ਜੋ ਆਪਾਂ ਦਿੱਤਾ ਗਿਆ ਉਹਦੇ ਵਿੱਚੋਂ ਹੀ ਆਣਾ ਹੈ ਆਪਾਂ ਉਹ ਸਾਰਾ ਸਿਲੇਬਸ ਪੜ੍ਹਦੇ ਵੀ ਆ ਲੇਕਿਨ ਆਪਾਂ ਕਿੱਥੇ ਪਿੱਛੇ ਰਹਿ ਜਾਂਦੇ ਆ ਕਿ ਆਪਾਂ ਉਸ ਚੀਜ਼ ਨੂੰ ਸਮਝਦੇ ਨਹੀਂ ਹੈ ਕਿ ਕਿਸ ਤਰੀਕੇ ਨਾਲ ਜਿਹੜਾ ਪੇਪਰ ਹੈ ਆਪਾਂ ਨੂੰ ਦਿੱਤਾ ਜਾਂਦਾ आने वाले जी क्लासिस आप होर भी अगे इस तरह ही जो होर क्वेश्चन है होर जो मीन कि सिर्फ PS टेट की गल नहीं करते कि सिर्फ पेपर वाले पेपर 2 तो नहीं जो आप C टेट या H टेट वो वाले पेपर्स भी अपना डिस्कस करा थैंक यू